ਜੀ ਲਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਦੋਸਤੋ। ਦਿਲ ਦੀਆਂ ਧੜਕਣਾਂ ਹੋ ਗਈਆਂ ਤੇਜ਼। ਪੰਜਾਬ ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ, ਔਰ ਪੂਰੇ ਸਾਰੇ ਟੈਲੀਵਿਜ਼ਨ ਚੈਨਲਾਂ ਨੇ ਸਰਵੇ ਵੀ ਕਰਤਾ, ਸਰਕਾਰਾਂ ਵੀ ਬਣਾਤੀਆਂ, ਲੱਡੂ ਵੀ ਬਣਤੇ। ਸੋ ਕਹਿਣ ਦਾ ਮਤਲਬ ਵੀ ਆਪ ਅੱਗੇ, ਕਾਂਗਰਸ ਉਦੋਂ ਪਿੱਛੇ, ਅਕਾਲੀ ਦਲ ਉਦੋਂ ਪਿੱਛੇ, ਸੰਯੁਕਤ ਸਮਾਜ ਮੋਰਚਾ ਜਮੀ ਪਿੱਛੇ। ਇਹ ਸਾਡੇ ਟੈਲੀਵਿਜ਼ਨ ਚੈਨਲਾਂ ਦੇ ਜਿੰਨੇ ਹੋਸਟ ਨੇ ਇਹ ਉਹਨਾਂ ਦਾ ਕਹਿਣਾ ਹੈ। ਗਰਾਊਂਡ ਲੈਵਲ ਦੀ ਹਕੀਕਤ ਨੂੰ ਸ਼ਾਇਦ ਉਹਨਾਂ ਨੇ ਨਹੀਂ ਜਾਣਿਆ, ਕਿਉਂਕਿ ਜਿੰਨੇ ਵੀ ਸਿਆਸੀ ਪੰਡਤ ਨੇ ਏਸੀ ਕਮਰਿਆਂ ਵਿੱਚ ਬਹਿ ਕੇ ਟਾਈਆਂ ਲਾ ਕੇ ਸਰਵੇ ਕਰਨਾ ਬਹੁਤ ਸੌਖਾ ਹੈ, ਲੇਕਿਨ ਗਰਾਊਂਡ ਲੈਵਲ ਤੇ ਹਕੀਕਤ ਨੂੰ ਜਾਣਨਾ ਉਸ ਤੋਂ ਵੱਧ ਔਖਾ ਹੈ। ਅਸੀਂ ਗਰਾਊਂਡ ਲੈਵਲ ਦੀ ਗੱਲ ਕਰਦੇ ਹਾਂ, ਅਸੀਂ ਜ਼ਮੀਨੀ ਹਕੀਕਤ ਦੀ ਗੱਲ ਕਰਦੇ ਹਾਂ। ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਅੱਜ ਅਸੀਂ ਸਰਵੇ ਪੇਸ਼ ਕਰਨ ਜਾ ਰਹੇ ਹਾਂ। ਸੋ ਟੈਲੀਵਿਜ਼ਨ ਚੈਨਲ ਨੂੰ ਛੱਡ ਕੇ ਜਾਇਓ ਨਾ। ਸਾਡਾ ਸਰਵੇ ਜਿਹੜਾ ਹੋਏਗਾ ਧਮਾਕੇਦਾਰ, ਔਰ ਸਾਡਾ ਸਰਵੇ ਸੱਚਾਈ ਤੋਂ ਬਿਲਕੁਲ ਨੇੜੇ ਤੇੜੇ ਹੋਊਗਾ। ਅਸੀਂ ਨਾ ਸਾਡੀ ਆਮ ਆਦਮੀ ਪਾਰਟੀ ਵਾਲੇ ਮਾਮੇ ਲੱਗਦੇ ਨੇ, ਨਾ ਸਾਡੇ ਅਕਾਲੀ ਦਲ ਵਾਲੇ ਫੁੱਫੜ ਲੱਗਦੇ ਨੇ, ਨਾ ਸਾਡੇ ਕਾਂਗਰਸ ਵਾਲੇ ਮਾਸੜ ਲੱਗਦੇ ਨੇ। ਸੋ ਇਸ ਕਰਕੇ ਸਾਡਾ ਸਰਵੇ ਬਿਲਕੁਲ ਨੀਟ ਐਂਡ ਕਲੀਨ ਹੋ। ਸੋ ਇੱਕ ਵਾਰੀ ਫੇਰ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਮੈਂ ਕੁਲਵੰਤ ਸਿੰਘ ਗਿੱਲ ਔਰ ਮੇਰੇ ਨਾਲ ਮੇਰੇ ਸੀਨੀਅਰ ਸਾਥੀ ਪੱਤਰਕਾਰ ਨਿਰੰਜਨ ਸਿੰਘ ਜੀ ਲਹਿਲ ਹਾਜ਼ਰ ਹੋ ਚੁੱਕੇ ਨੇ, ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਲਹਿਲ ਸਾਹਿਬ। ਸਾਡੇ ਵੱਲੋਂ ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲਹਿਲ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਹੀ ਸ਼ੁਰੂ ਕਰਨਾ ਆਪਾਂ, ਕਿਉਂਕਿ ਧੜਕਣਾਂ ਚੇਂਜ ਹੋ ਗਈਆਂ, ਸਾਹ ਸੁੱਕੇ ਪਏ ਨੇ ਲੀਡਰਾਂ ਦੇ। ਕੱਲ ਆਪਾਂ ਸੋਹਣ ਸਿੰਘ ਠੰਡਲ ਬੜੇ ਕੌਨਫੀਡੈਂਟ ਨਜ਼ਰ ਆਏ, ਅਕਾਲੀ ਦਲ ਦੇ ਬਿਰਸਾ ਸਿੰਘ ਬਲਟੋਹਾ ਬੜੇ ਕੌਨਫੀਡੈਂਟ ਨਜ਼ਰ ਆਏ, ਕਹਿੰਦੇ ਲੱਡੂਆਂ ਦੇ ਅਸੀਂ ਆਰਡਰ ਦੇਤੇ। ਪਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ਤੇ ਦਿਖਾ ਰਿਹਾ ਮੀਡੀਆ, ਕਾਂਗਰਸ ਨੂੰ ਦੂਜੇ ਨੰਬਰ ਤੇ ਦਿਖਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਇਹਨਾਂ ਨੇ ਲਗਭਗ, ਔਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਵੀ ਥਾਪਤਾ। ਚਰਨਜੀਤ ਸਿੰਘ ਚੰਨੀ ਨੂੰ ਦੌਰੇ ਪੈ ਰਹੇ ਨੇ, ਹੌਲ ਪੈ ਰਹੇ ਨੇ ਕਿ ਮੇਰਾ ਕੀ ਬਣੂਗਾ। ਉਧਰੋਂ ਨਵਜੋਤ ਸਿੰਘ ਸਿੱਧੂ ਦੀ ਕੱਲ ਮੀਟਿੰਗ ਬੁਲਾਈ ਚੰਡੀਗੜ੍ਹ ਵਿੱਚ, ਬੰਦੇ ਹੀ ਕੋਈ ਨਹੀਂ ਆਇਆ, 2 ਤੋਂ 3 ਬੰਦਿਆਂ ਤੋਂ ਬਿਨਾਂ। ਸੋ ਹਾਲਾਤ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਨੇ। ਅੱਜ 8 ਤਰੀਕ ਹੈ, 8 ਮਾਰਚ ਹੈ, ਕੱਲ ਦਾ ਦਿਨ 9 ਤਰੀਕ ਹੈ, ਔਰ 10 ਤਰੀਕ ਨੂੰ ਸਵੇਰੇ 8 ਵਜੇ ਤੋਂ ਬਾਅਦ ਟੱਲੀਆਂ ਖੜਕਣੀਆਂ ਸ਼ੁਰੂ ਹੋ ਜਾਣੀਆਂ ਨੇ। ਟੈਲੀਵਿਜ਼ਨ ਚੈਨਲ ਤੇ ਸਰਵੇ ਸ਼ੁਰੂ ਹੋ ਜਾਣੇ ਨੇ, ਔਰ ਕਿਹੜਾ ਅੱਗੇ ਕਿਹੜਾ ਪਿੱਛੇ, ਕਿਹੜਾ ਲੁੜਕ ਗਿਆ ਕਿਹੜਾ ਫੁੜਕ ਗਿਆ, ਇਹ ਸਾਰੇ ਟੈਲੀਵਿਜ਼ਨ ਚੈਨਲਾਂ ਨੇ ਤੁਹਾਨੂੰ ਦਿਖਾਉਣਾ। ਔਰ ਅਸੀਂ ਵੀ ਕਿਸੇ ਨਾਲ ਪਿੱਛੇ ਨਹੀਂ। ਲਹਿਲ ਸਾਹਿਬ ਤੁਸੀਂ ਕੀ ਕਹਿੰਦੇ, ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਨਹੀਂ ਬਣਾਏਗੀ? ਕਿਉਂਕਿ ਅੰਕੜੇ ਬਿਲਕੁਲ ਸਾਫ਼ ਨੇ। ਪੰਜਾਬ ਦੇ ਵਿੱਚ ਸਰਵੇ ਜਿਹੜਾ ਐਗਜ਼ਿਟ ਪੋਲ ਹੈ ਉਹ ਕਿੰਨਾ ਕੁ ਸੱਚਾ ਤੇ ਸੁੱਚਾ ਹੈ, ਤੁਹਾਡੇ ਦਿਮਾਗ ਦੇ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਾਈਕ ਜਲਦੀ ਛੱਡ ਦੇ, ਮੈਂ ਵੀ ਬੋਲਣਾ ਬਾਅਦ। ਗਿੱਲ ਸਾਹਿਬ ਗੱਲ ਤੇ ਆ ਵੀ ਜਿੰਨੀ ਬਾਕੀ ਟੀਵੀ ਚੈਨਲਾਂ ਵਾਲਿਆਂ ਜ਼ੋਰ ਲਾ ਕੇ ਕਿੱਲ ਕੇ ਬਹੁਤ ਵੱਡੀ ਪੱਧਰ ਦੇ ਉੱਤੇ ਇਦਾਂ ਇਸ਼ਾਰੇ ਨੇ ਜਿਵੇਂ ਸਰਕਾਰ ਜਿਹੜੀ ਉਹ ਬਣ ਗਈ ਆ, ਸਹੁੰ ਚੁੱਕ ਲਈ ਆ, ਔਰ ਤੁਸੀਂ ਵੀ ਉਸੇ ਢੰਗ ਦੇ ਨਾਲ ਰੀਪ੍ਰੈਜ਼ੈਂਟ ਕੀਤਾ। ਅੱਜ ਪਤਾ ਕੀ ਗੱਲ ਹੈ, ਤੁਹਾਡੇ ਅੰਦਰ ਇੱਕ ਬਹੁਤ ਜਜ਼ਬਾ ਜਿਹੜਾ ਮੈਂ ਵੇਖਿਆ। ਜਜ਼ਬਾ ਨਹੀਂ ਆਇਆ ਮਿਲਰ ਸਾਹਿਬ, ਆਪਾਂ ਤਾਂ ਉਵੇਂ ਹੀ ਬੋਲਦੇ ਆ ਵੀ ਤੁਹਾਡਾ ਹਾਰਦਿਕ ਸਵਾਗਤ ਹੈ ਜੀ, ਐਂ ਕਰ ਲਓ ਐਂ ਕਰ ਲਓ। ਅੱਜ ਜਿਹੜਾ ਜੋਸ਼ ਦੇਖਿਆ ਨਾ ਤੁਸੀਂ, ਮੈਂ ਨਕਲ ਲਾਹੀ ਹੈ, ਨਕਲ ਲਾਈ ਹੈ, ਪਚਾਲ ਪੈ ਗਿਆ, ਐਂ ਹੋ ਗਿਆ ਭਗਵੰਤ ਮਾਨ ਅੱਗੇ ਚੰਨੀ ਪਿੱਛੇ। ਕੱਲ ਆਪਾਂ ਏਦਾਂ ਕਰਨਾ, ਮੈਂ ਇਹ ਤਾਂ ਸੁਣਿਆ ਜ਼ਰੂਰ ਸੀ ਵੀ ਜਿੰਨੇ ਵੀ ਪ੍ਰੋਡਕਟ ਉਹ ਪੈਦਾ ਕਰਨ ਵਾਲੇ ਨੇ, ਚਾਹੇ ਉਹ ਟੀਵੀ ਵਾਲੇ ਨੇ, ਚਾਹੇ ਉਹ ਏਸੀ ਵਾਲੇ ਨੇ, ਚਾਹੇ ਕੋਈ ਹੋਰ ਨੇ, ਉਹ ਕਿੱਲ ਕੇ ਆਪਣੇ ਰੇਟ ਤੇ ਆਪਣੀ ਕੰਪੈਰੀਟਿਵਲੀ ਦੂਜਿਆਂ ਨਾਲੋਂ ਚੀਜ਼ਾਂ ਵੱਧ ਵੇਚਣ ਦਾ ਤਜਰਬਾ ਰੱਖਦੇ ਨੇ। ਪਰ ਇਹ ਪਹਿਲੀ ਵਾਰ ਨਹੀਂ, ਖੈਰ ਹਰ ਸਾਲ ਹੀ ਹੁੰਦਾ, ਹਰ 5 ਸਾਲਾਂ ਬਾਅਦ। ਇਹ ਸਾਡੇ ਟੈਲੀਵਿਜ਼ਨ ਚੈਨਲਾਂ ਵਾਲੇ ਜਿਹੜੇ ਡਿਬੇਟਰ ਨੇ ਜਾਂ ਜਿਹੜੇ ਸਾਡੇ ਐਗਜ਼ੈਕਟ ਪੋਲ ਦੀ ਗੱਲ ਕਰਦੇ ਨੇ, ਇਹ ਇੱਕ ਵਾਰ ਤਾਂ ਬੰਦੇ ਨੂੰ ਇਸ ਢੰਗ ਨਾਲ ਇੰਨੀਆਂ ਪੌੜੀਆਂ ਚੜਾ ਦਿੰਦੇ ਨੇ, ਤੇ ਜਦੋਂ ਆ ਪੌੜੀਆਂ 'ਚ ਕੱਖ ਨਜ਼ਰ ਨਹੀਂ ਆਉਂਦਾ ਤੇ ਫਿਰ ਉਹ ਹਾਰਟ ਅਟੈਕ ਕਰਕੇ ਥੱਲੇ ਮੁੜਦੇ ਨੇ। ਇਹ ਗੱਲ ਸਪਸ਼ਟ ਹੈ ਵੀ ਸਾਡੇ ਜਿਹੜੇ ਐਗਜ਼ੈਕਟ ਪੋਲ ਨੇ, ਇਹ ਪੋਲ ਸਿਰਫ ਅਸੈਸਮੈਂਟ ਹੈ ਜੀ, ਇਹ ਸਿਰਫ ਉਹਨਾਂ ਦੀ ਆਪਣੀ ਸੋਚ ਤੇ ਡਿਪੈਂਡ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇਹ ਐਗਜ਼ੈਕਟ ਪੋਲ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਅੱਜ ਉਹਨੂੰ 8 ਮਾਰਚ ਹੈ, 8 ਮਾਰਚ ਸਾਡਾ ਜਿਹੜਾ ਮਹਿਲਾ ਦਿਵਸ ਜਿਹੜਾ ਮਨਾਇਆ ਜਾਂਦਾ, ਔਰ ਦੁਨੀਆ ਪੱਧਰ ਦੇ ਉੱਤੇ ਜਿਹੜੀ ਨਾਰੀ ਦਾ ਦਿਵਸ ਹੈ ਇਹ ਮਨਾਇਆ ਜਾਂਦਾ। ਸਭ ਤੋਂ ਪਹਿਲਾਂ ਮੈਂ ਹਿੰਦੁਸਤਾਨ ਔਰ ਦੁਨੀਆ ਪੱਧਰ ਦੀਆਂ ਜਿਹੜੀਆਂ ਸਾਡੀ ਔਰਤ ਹੈ, ਨਾਰੀਆਂ ਨੇ, ਉਹਨਾਂ ਨੂੰ ਹਾਰਦਿਕ ਵਧਾਈ ਦਿੰਦਾ, ਕਿਉਂਕਿ ਅੱਜ ਦਾ ਦਿਨ ਉਹ ਦਿਨ ਹੈ ਜਿਹੜਾ ਸਾਡੀ ਔਰਤ ਦੀ ਸ਼ਖਸੀਅਤ ਨੂੰ ਜਿਹੜਾ ਉਹ ਉਭਾਰਦਾ। ਔਰ ਅੱਜ ਭਾਵੇਂ ਮਰਦ ਪ੍ਰਧਾਨ ਸਮਾਜ
ਜਿੰਨਾ ਮਰਜ਼ੀ ਉੱਚਾ ਸੀ, ਅੱਜ ਉਹ ਔਰਤਾਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹੋ ਗਈਆਂ ਜੀ। ਜਿਹੜੀਆਂ ਸਵਾਣੀਆਂ ਸਿਰਫ ਰਸੋਈ ਤੇ ਘਰ ਦੇ ਉਹ ਚਾਰ ਦੀਵਾਰੀ 'ਚ ਬੰਦ ਹੁੰਦੀਆਂ ਸੀ, ਅੱਜ ਸਮੇਂ ਦੇ ਨਾਲ ਨਾਲ ਉਹ ਉਡਾਰੀਆਂ ਜਿਹੜੀਆਂ ਸਮਾਨ 'ਚ ਭਰਦੀਆਂ ਨਜ਼ਰ ਆਉਂਦੀਆਂ ਨੇ। ਹਰ ਖੇਤਰ ਦੇ ਵਿੱਚ ਉਹ ਬੰਦਿਆਂ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਨੇ। ਸੋ ਕਹਿਣ ਦਾ ਭਾਵ ਅੱਜ ਔਰਤਾਂ ਦਾ ਦਿਨ ਹੈ, ਦਿਵਸ ਮਨਾਇਆ ਜਾ ਰਿਹਾ, ਔਰ ਸਾਰੀ ਦੁਨੀਆ ਦੀਆਂ ਔਰਤਾਂ ਨੂੰ ਸਾਡੇ ਵੱਲੋਂ ਹਾਰਦਿਕ ਮਤਲਬ ਉਹਨਾਂ ਨੂੰ ਜਿਹੜੀ ਆ ਵਧਾਈ ਹੈ। ਸੋ ਇਹਦੇ ਨਾਲ ਹੀ ਆਪਾਂ ਜਦੋਂ ਚੱਲਦੇ ਆ ਕਿ 8 ਮਾਰਚ 9 ਤੇ 10 ਤਰੀਕ ਨੂੰ ਜਿਹੜੇ ਨਤੀਜਿਆਂ ਦਾ ਜਿਹੜਾ ਉਹ ਐਲਾਨ ਕੀਤਾ ਜਾਣਾ। ਇਹ ਗੱਲ ਵੱਖਰੀ ਆ ਵੀ ਅੱਜ ਭਾਵੇਂ ਵੱਖ-ਵੱਖ ਟੈਲੀਵਿਜ਼ਨ ਆਪਣੀ ਇਸ ਵਿਊਅਰਸ਼ਿਪ ਨੂੰ ਵਧਾਉਣ ਲਈ, ਆਪਣੀ ਇਸ ਮਸ਼ਹੂਰੀ ਨੂੰ ਵਧਾਉਣ ਲਈ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਨੇ ਉਹ ਚੋਣ ਸਰਵੇਖਣ ਕਰ ਰਹੇ ਨੇ। ਕੁਛ ਇਹੋ ਜਿਹੇ ਨੇ ਜਿਨ੍ਹਾਂ ਨੇ ਸਿਰਫ ਨਕਲ ਹੀ ਮਾਰੀ ਹੈ। ਜੇ ਇੱਕ ਟੀਵੀ ਨੇ ਉਹਨੂੰ 51 ਤੋਂ 60 ਦਿੱਤੀਆਂ ਜਾਂ ਉਹਨਾਂ ਤੋਂ 25 ਤੋਂ 30 ਦਿੱਤੀਆਂ, ਇਸੇ ਤਰ੍ਹਾਂ ਦੂਜੇ ਜਿਹੜੇ ਚੈਨਲ ਵਾਲੇ ਨੇ ਸੇਮ ਰਿਜ਼ਲਟ ਜਿਹੜਾ ਉਹ ਵੀ ਪੇਸ਼ ਕਰ ਰਹੇ ਨੇ। ਬਹੁਤ ਘੱਟ ਇਹੋ ਜਿਹੇ ਨੇ ਜਿਹੜੇ ਇੱਕ ਵੱਖਰੀ ਸੋਚ ਰੱਖਦੇ ਨੇ। ਕੱਲ ਇੱਕ ਬਹੁਤ ਵਧੀਆ ਸਿਆਣੇ ਬੰਦੇ ਦੀ ਗੱਲ ਜਿਹੜੀ ਚੱਲੀ ਵੀ ਇਹ ਜਿਹੜੇ ਐਗਜ਼ੈਕਟ ਪੋਲ ਨੇ, ਇਹ ਪੋਲ ਸਿਰਫ 1 ਲੱਖ ਵੋਟ ਦੇ ਪਿੱਛੇ 1000 ਬੰਦੇ ਨੂੰ ਮਿਲੇ ਨੇ। 1000 ਬੰਦਾ ਉਹ ਉਸੇ ਤਰ੍ਹਾਂ ਸੋਚਦਾ ਜਿਵੇਂ ਉਹ ਵੋਟ ਪਾ ਕੇ ਕਿਸੇ ਹੋਰ ਨੂੰ ਆਇਆ, ਜਦੋਂ ਬਾਹਰ ਆ ਕੇ ਵੇਖਿਆ ਵੀ ਯਾਰ ਇਹ ਤੇ ਬੰਦੇ 4 ਆਪ ਨੂੰ ਪਾ ਰਹੇ ਨੇ, ਤੇ ਉਹਦਾ ਵਰਸ਼ਨ ਵੀ ਆਪ ਵੱਲ ਹੋ ਗਿਆ। ਵੋਟ ਤੇ ਭਾਵੇਂ ਉਹ ਕਾਂਗਰਸ ਨੂੰ ਜਾਂ ਅਕਾਲੀਆਂ ਨੂੰ ਪਾ ਕੇ ਆਇਆ ਹੋਵੇ। ਸੋ ਮੇਰਾ ਕਹਿਣ ਦਾ ਭਾਵ 2014 2017 ਜਾਂ 2012 ਇਹਨਾਂ ਦੇ ਸਰਵੇਖਣਾਂ ਤੋਂ ਜਦੋਂ ਅਸੀਂ ਅੰਦਾਜ਼ਾ ਲਾਉਂਦੇ ਆ ਤੇ ਇਹ ਸਿਰਫ ਜਿਹੜੇ ਸਾਡੇ ਟੀਵੀ ਚੈਨਲਾਂ ਵਾਲੇ ਨੇ, ਜਿਹੜੇ ਡਿਬੇਟਰ ਨੇ, ਇਹ ਸਿਰਫ ਤੇ ਸਿਰਫ ਸ਼ੋਹਰਤ ਵਾਸਤੇ ਇਹ ਐਲਾਨ ਤਾਂ ਕਰ ਦਿੰਦੇ ਨੇ, ਪਰ ਗੈਪ ਰੱਖ ਲੈਂਦੇ। ਪਹਿਲਾਂ ਤੇ ਗੈਪ ਵੀ ਨਹੀਂ ਰੱਖਦੇ ਗਿੱਲ ਸਾਹਿਬ, ਅੱਜ ਕੱਲ੍ਹ ਤੇ ਰੱਖ ਦਿੰਦੇ 51-61 ਵੀ ਕਿਤੇ ਨਾ ਕਿਤੇ ਸੂਤ ਤੇ ਬਹਿ ਹੀ ਜਾਊਗਾ। ਸੋ ਸਵਾਲ ਇਹ ਹੈ ਕਿ ਜੇ ਮਤ ਸੋਚਿਓ ਕਾਂਗਰਸ ਵਾਲਿਓ, ਮਤ ਸੋਚਿਓ ਆਪ ਵਾਲਿਓ ਜਾਂ ਅਕਾਲੀ ਦਲ ਵਾਲਿਓ ਜਾਂ ਭਾਜਪਾ ਵਾਲਿਓ ਵੀ ਇਹ ਨਤੀਜੇ ਜਿਹੜੇ ਇਹਨਾਂ ਪੇਸ਼ ਕੀਤੇ ਸੱਚ ਨੇ। ਇਹ ਕੋਈ ਜ਼ਰੂਰੀ ਨਹੀਂ ਵੀ ਇਹਨਾਂ ਦੇ ਕੋਈ ਸੱਚ ਇਹੋ ਜਿਹਾ ਅਜੇ ਤੱਕ ਮੀਟਰ ਦੁਨੀਆ ਪੱਧਰ ਤੇ ਨਹੀਂ ਬਣਿਆ ਜਿਹੜਾ ਕਿਸੇ ਦੀ ਦਿਲ ਦੀ ਗੱਲ ਨੂੰ ਜਿਹੜਾ ਉਹ ਸਾਬਤ ਕਰ ਸਕੇ। ਲਹਿਲ ਸਾਹਿਬ, ਸੋ ਇਸ ਕਰਕੇ ਮੇਰੇ ਆਪਣੀ ਵਰਸ਼ਨ, ਤੁਹਾਡੀ ਆਪਣੀ ਜਿਹੜੀ ਰਾਏ ਹੈ ਉਹ ਕੀ ਹੈ? ਤੁਸੀਂ ਕੱਲ ਲੰਬਾ ਲੈ ਗਏ ਗੱਲ। ਮੇਰਾ ਕਹਿਣ ਦਾ ਭਾਵ ਮੈਂ ਸੱਚ ਨੂੰ ਸੱਚ ਕਹਿਣ ਦਾ ਹੀਆ ਰੱਖਦਾ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ 100 ਸੀਟਾਂ ਲੈ ਜੂ ਪੰਜਾਬ ਦੇ ਵਿੱਚ। ਨਹੀਂ ਲਿਜਾ ਸਕਦੀ, ਕਿਉਂਕਿ ਪਿਛਲੀ ਵਾਰ ਵੀ ਲੱਡੂ ਵੱਟੇ ਰਹਿ ਗਏ ਸੀ। ਪਿਛਲੀ ਵਾਰ ਵੀ ਢੋਲ ਢਮੱਕੇ ਉੱਥੇ ਦੇ ਉੱਥੇ ਰਹਿ ਗਏ ਸੀ। ਕਈਆਂ ਨੂੰ ਤਾਂ ਉਸ ਵੇਲੇ ਇੰਨੇ ਚੱਕਰ ਆਏ ਜਦੋਂ ਨਤੀਜਿਆਂ ਦਾ ਬਦਲ ਜਿਹੜਾ ਦੂਜੇ ਪਾਸੇ ਜਾ ਵੜਿਆ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇਹ ਢੋਲਾਂ ਦਾ ਉਹ ਕਿਰਾਏ ਤੇ ਨਾ ਲੈਣ, ਅਜੇ ਹਲਵਾਈਆਂ ਕੋਲ ਲੱਡੂ ਨਾ ਬਣਾਉਣ, ਅਜੇ ਹਲਵਾਈਆਂ ਨੂੰ ਘਰੇ ਨਾ ਸੱਦਣ, ਭੰਗੜੇ ਵਾਲੀਆਂ ਟੀਮਾਂ ਨੂੰ ਨਾ ਸੱਦਣ। ਸੋ ਇਸ ਕਰਕੇ ਮੈਂ ਗੱਲ ਕਹਿੰਦਾ ਕਿ ਰਿਜ਼ਲਟ ਆਉਣ ਤੋਂ ਬਾਅਦ ਇੱਕ ਜਿਹੜਾ ਕੰਡਿਆਂ ਦੀ ਸੇਜ ਤੇ ਬਹਿਣ ਵਾਸਤੇ ਜਿਹੜੀ ਸਰਕਾਰ ਨਵੀਂ ਆਏਗੀ। ਸੋ ਮੇਰਾ ਕਹਿਣ ਦਾ ਭਾਵ ਆਮ ਆਦਮੀ ਪਾਰਟੀ ਜੇ ਆਮ ਤੌਰ ਤੇ ਆਪਾਂ ਸਰਵੇਖਣ ਕਰਦੇ ਆ ਤਾਂ ਮੇਰੇ ਮੁਤਾਬਕ 40 ਤੋਂ 45 ਦੇ ਕਰੀਬ ਜਿਹੜੀਆਂ ਸੀਟਾਂ ਲਿਜਾ ਸਕਦੀ ਹੈ। ਔਰ ਕਾਂਗਰਸ ਦੀ ਜਿਹੜੀ ਕਾਂਗਰਸ ਹੈ। ਲਹਿਲ ਸਾਹਿਬ ਇੱਕ ਮਿੰਟ ਮੈਨੂੰ ਨਾਲ ਡਿਕਟੇਟ ਵੀ ਕਰ ਦੇਣ ਦਿਓ। ਲਹਿਲ ਸਾਹਿਬ ਮੁਤਾਬਕ ਬਾਕੀ ਜਿੰਨੇ ਵੀ ਟੈਲੀਵਿਜ਼ਨ ਚੈਨਲ ਨੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦੀ ਸਪਸ਼ਟ ਦਿਖਾਈ ਦੇ ਰਹੇ ਨੇ। ਉਹ ਕਹਿ ਰਹੇ ਨੇ ਇੱਕ ਟੈਲੀਵਿਜ਼ਨ ਚੈਨਲ ਕਿਹਾ 100 ਤੋਂ ਵੱਧ ਸੀਟਾਂ, ਮਤਲਬ 117 ਹਲਕੇ ਨੇ ਟੋਟਲ, ਉਹ 100 ਸੀਟਾਂ ਜੇ ਆਮ ਆਦਮੀ ਪਾਰਟੀ ਲੈ ਕੇ ਜਾਂਦੀ ਹੈ ਤਾਂ 17 ਸੀਟਾਂ ਜਿਹੜੀਆਂ ਨੇ ਵੰਡੀਆਂ ਜਾਣਗੀਆਂ ਸਾਰੀਆਂ ਪਾਰਟੀਆਂ ਵਿੱਚ, ਜਿਨ੍ਹਾਂ ਵਿੱਚ ਕਾਂਗਰਸ ਵੀ ਹੈ, ਅਕਾਲੀ ਦਲ ਬਾਦਲ ਤੇ ਬਸਪਾ ਵੀ ਹੈ, ਕਾਂਗਰਸ ਬੀਜੇਪੀ ਵੀ ਹੈ, ਸੰਯੁਕਤ ਸਮਾਜ ਮੋਰਚਾ ਵੀ ਹੈ ਤੇ ਅਦਰ ਆਜ਼ਾਦ ਉਮੀਦਵਾਰ ਨੇ। ਜਾਣੀ ਕਿ ਇਹ ਜਿਹੜਾ ਸਰਵੇ ਹੈ 100 ਸੀਟਾਂ ਵਾਲਾ, ਇਹ ਕਿਤਨਾ ਕਿਤੇ ਸ਼ੰਕਾ ਪੈਦਾ ਕਰ ਰਿਹਾ ਹੈ। ਪਿਛਲੀ ਵਾਰ ਵੀ 112 ਸੀਟਾਂ ਦੀ ਗੱਲ ਚੱਲਦੀ ਸੀ ਵੀ ਅਸੀਂ 112 ਸੀਟਾਂ ਲਵਾਂਗੇ ਤੇ ਖੜੇ ਕਿੱਥੇ 20 ਤੇ ਆਣ ਕੇ। ਸੋ ਕਹਿਣ ਦਾ ਭਾਵ ਇਹ ਬਾਅਦ ਚ ਜਿਹੜੇ ਚੈਨਲਾਂ ਵਾਲੇ ਮੁੱਕਰ ਜਾਣਗੇ, ਉਹਨਾਂ ਨੂੰ ਕਿਹੜਾ ਕਿਸੇ ਨੇ ਕੋਈ ਦਿੱਤਾ ਹੋਇਆ। ਬਿਲਕੁਲ। ਸੋ ਦੂਜੀ ਗੱਲ ਮੈਂ ਕਰਦਾ ਵੀ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਕਾਂਗਰਸ ਵੱਧ ਤੋਂ ਵੱਧ ਜਿਹੜੀਆਂ ਸੀਟਾਂ ਉਹ 20 ਤੋਂ 25 ਸੀਟਾਂ ਲੈਣ ਦੇ ਹੱਕਦਾਰ, ਇਹਦੇ ਤੋਂ ਵੱਧ ਉਹ ਸੀਟ ਨਹੀਂ ਲੈ ਸਕਦੀ। ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ, ਅਕਾਲੀ ਦਲ ਜਿਹੜੀ ਆ ਸੀਟ ਹੈ ਉਹ ਘੱਟੋ ਘੱਟ ਵੀ ਜਿਹੜੀਆਂ ਉਹ 35 ਤੋਂ 40 ਸੀਟਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਸਰਵੇ ਆ। ਕਿਹੜੀ ਪਾਰਟੀ ਕਹਿ ਰਹੇ ਹੋ? 35-40? ਸ਼੍ਰੋਮਣੀ ਅਕਾਲੀ ਦਲ। ਹਾਂ, 30 ਤੋਂ 35 ਦੇ ਵਿੱਚ ਉਹਨਾਂ ਦਾ ਸਰਵੇ ਜਿਹੜਾ ਕੰਪਲੀਟ ਹੈ। 30 ਤੋਂ 35। ਔਰ ਜਿਹੜੇ ਭਾਜਪਾ
ਭਾਜਪਾ ਦੀਆਂ ਸੀਟਾਂ ਜਿਹੜੀਆਂ ਨੇ ਉਹ 12 ਤੋਂ ਲੈ ਕੇ 18 ਸੀਟਾਂ ਤੱਕ ਜਿਹੜੀ ਉਹ ਲੈਣ ਦੀ ਸੰਭਾਵਨਾ ਹੈਗੀ ਆ। ਸਾਹਿਬ ਇਹ ਤੁਸੀਂ ਥੋੜੀ ਕਨਫਿਊਜ਼ਨ, ਮੈਨੂੰ ਕਨਫਿਊਜ਼ਨ ਹੋ ਗਈ ਇਸ ਸੀਟ ਤੇ ਜੀ। ਭਾਜਪਾ ਨੂੰ ਤੁਸੀਂ 12 ਤੋਂ 18 ਸੀਟਾਂ ਦੇ ਰਹੇ ਹੋ, ਥੋੜਾ ਜਿਹਾ ਦਿਮਾਗ ਹੋਰ ਲਾਓਗਾ ਤੁਸੀਂ, ਮੈਨੂੰ ਲੱਗ ਰਿਹਾ ਵੀ ਤੁਸੀਂ ਰੋਂਗ ਇਨਫੋਰਮੇਸ਼ਨ ਹੈ ਤੁਹਾਡੀ। ਨਹੀਂ, ਕੋਈ ਰੋਂਗ ਇਨਫੋਰਮੇਸ਼ਨ ਨਹੀਂ ਹੈ, ਜੋ ਇਨਫੋਰਮੇਸ਼ਨ ਹੈ ਸੱਚ ਹੈ। ਉਹ ਵੱਖਰੀ ਗੱਲ ਹੈ ਵੀ ਇਹਦੇ ਤੋਂ ਥੋੜਾ ਬਹੁਤਾ ਫਰਕ ਪੈ ਸਕਦਾ, ਪਰ ਇਹ ਤੋਂ ਘੱਟ ਉਹਨਾਂ ਦਾ ਵੀ ਜਿਹੜਾ ਬੇਸ ਹੈ, ਕਿਉਂਕਿ ਸਮੁੱਚੇ ਹਾਲਾਤਾਂ ਦੇ ਮੁਤਾਬਕ ਚੱਲ ਰਹੇ ਆਪਾਂ, ਉਹਦੇ ਮੁਤਾਬਕ 12 ਤੋਂ 18 ਦੇ ਵਿੱਚ ਮੈਂ ਉਹਨਾਂ ਦੀ ਅਸੈਸ ਕਰਦਾ। ਔਰ ਜਿੱਥੋਂ ਤੱਕ ਦੂਜਾ ਆਪਣਾ ਹੈਗਾ ਬਸਪਾ ਤੇ ਅਕਾਲੀ ਦਲ ਦੀ ਸਾਂਝੀ ਮੈਂ ਦੱਸ ਚੁੱਕਾ। ਔਰ ਅੱਗੇ ਆ ਗਿਆ ਅਦਰ ਜਿੱਥੇ ਸਮਾਜ ਮੋਰਚਾ ਵੀ ਹੈ, ਕਾਂਗਰਸ ਪਾਰਟੀ ਵੀ ਹੈ, ਔਰ ਹੋਰ ਆਜ਼ਾਦ ਵੀ ਉਮੀਦਵਾਰ ਹੈਗੇ ਨੇ। ਉਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੀ ਆ 1 ਤੋਂ ਲੈ ਕੇ ਤੇ 10 ਸੀਟਾਂ ਤੱਕ ਉਹਨਾਂ ਦੀ ਜਿਹੜੀ ਆ ਜਿੱਤਣ ਦੀ ਸੰਭਾਵਨਾ ਹੈਗੀ ਆ। ਇਹ ਸਾਡਾ ਐਨਾਲਿਸਿਸ ਹੈ। ਸੋ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਵੀ ਇਹ ਜਿਹੜੀ ਬਹੁਤ ਗਿਣਤੀ ਹੈ, ਬਹੁਤ ਸੰਮਤੀ ਹੈ, ਉਹ ਕਿਸੇ ਵੀ ਪਾਰਟੀ ਨੂੰ ਮਿਲਣ ਵਾਲੀ ਨਹੀਂ ਹੈ ਜੀ। ਇਹ ਵੱਖਰੀ ਗੱਲ ਹੈ ਕਿ ਆਪਣੇ ਐਨਾਲਿਸਿਸ ਜਿਹੜੇ ਅਲੱਗ-ਅਲੱਗ ਹੋ ਸਕਦੇ ਨੇ, ਪਰ ਜਿੱਥੋਂ ਤੱਕ ਮੇਰੀ ਆਪਣੀ ਸੋਚ ਹੈ ਵੀ ਇਹ ਜਿਹੜੀ ਲਟਕਵੀਂ ਜਿਹੜੀ ਹੈ ਉਹ ਵਿਧਾਨ ਸਭਾ ਬਣੇਗੀ। ਔਰ ਇਸ ਤੋਂ ਬਾਅਦ ਇਹਨਾਂ ਦਾ ਕਿਵੇਂ ਦਾ ਗੱਠਜੋੜ ਕਿਵੇਂ ਹੁੰਦਾ ਉਹ ਇੱਕ ਅਲੱਗ ਇਸ਼ੂ ਹੈ। ਉਹ ਕਿੱਥੇ ਜਾ ਕੇ ਇਹਨਾਂ ਦੀ ਪਹੁੰਚ ਕਿਹੜੇ ਇਸ਼ੂ ਦੇ ਉੱਤੇ ਆਉਂਦੀ ਹੈ, ਕਿਉਂਕਿ ਬਹੁਤ ਵੱਡੇ ਮਸਲੇ ਨੇ। ਜਿਹੜੀ ਵੀ ਸਰਕਾਰ ਚਾਹੇ ਉਹ ਗੱਠਜੋੜ ਦੀ ਬਣੇ ਚਾਹੇ ਉਹ ਇਕੱਲਿਆਂ ਦੀ ਬਣੇ, ਇਕੱਲਿਆਂ ਦੀ ਬਣਨ ਦੀ ਸੰਭਾਵਨਾ ਮੇਰੇ ਖਿਆਲ ਨਹੀਂ ਹੈ। ਔਰ ਜਿਹੜੀ ਗੱਠਜੋੜ ਬਣੇਗਾ ਉਹਦੇ ਅੱਗੇ ਵੀ ਕੰਡਿਆਂ ਦਾ ਤਾਜ ਹੋਏਗਾ, ਕਿਉਂਕਿ ਬਹੁਤ ਮਸਲੇ ਨੇ। ਰੇਤ ਦਾ ਮਸਲਾ, ਬਜਰੀ ਦਾ ਮਸਲਾ, ਸ਼ਰਾਬ ਦਾ ਮਸਲਾ, ਨੌਜਵਾਨ ਦੀ ਐਜੂਕੇਸ਼ਨ ਦਾ ਮਸਲਾ, ਜੌਬ ਦਾ ਮਸਲਾ, ਪੰਜਾਬ ਨੂੰ ਕਰਜ਼ੇ ਚੋਂ ਕੱਢ ਕੇ ਇੱਕ ਆਪਣੇ ਆਤਮ ਨਿਰਭਰ ਕਰਨ ਦਾ ਜਿਹੜਾ ਮਸਲਾ ਹੈ। ਸੋ ਇਸ ਕਰਕੇ ਮੇਰੇ ਜਿਹੜੇ ਆਪਣੇ ਅੰਦਾਜ਼ੇ ਨੇ ਵੀ ਇਹ ਅੰਦਾਜ਼ੇ ਬਿਲਕੁਲ 100% ਆਉਣਗੇ। ਬਾਕੀ ਕਿਸੇ ਦੇ ਦਿਲ ਦੀ ਗੱਲ, ਵੋਟਰ ਦੇ ਦਿਲ ਦੀ ਗੱਲ ਕੋਈ ਪ੍ਰਗਟ ਨਹੀਂ ਕਰ ਸਕਦਾ, ਇਹ ਅਸੈਸ ਕੀਤਾ ਜਾ ਸਕਦਾ। ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਤੁਹਾਡੇ ਨਾਲ ਗੱਲ ਕਰੂੰਗਾ। ਮੈਂ ਗੱਲ ਕਰਦਾ ਉਸ ਵੇਲੇ ਜਦੋਂ ਦੇਵ ਗੌੜਾ ਦੀ ਸਰਕਾਰ ਬਣੀ ਸੀ। ਦੇਵ ਗੌੜਾ ਦੀ ਸਰਕਾਰ ਦੇ ਵੇਲੇ ਜਿਸ ਵੇਲੇ ਉਹਨਾਂ ਨੇ ਸ਼ਪਥ ਲੈਣੀ ਸੀ ਤੇ ਇੱਕ ਆਂਚਲ ਦਾਸ MP ਸੀ ਜਿਹੜਾ ਕਿ ਜੱਜਪੁਰ ਤੋਂ ਇਲੈਕਟਡ ਸੀ। ਜੱਜਪੁਰ ਇਲੈਕਟਡ ਹੋਏ ਬੰਦੇ ਨੂੰ ਕੈਬਨਿਟ 'ਚ ਲੈਣ ਵਾਸਤੇ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਹੈ ਆਪਣੇ ਰਾਜ ਭਵਨ ਵੱਲੋਂ, ਰਾਸ਼ਟਰਪਤੀ ਵੱਲੋਂ, ਵੀ ਕੱਲ ਤੂੰ ਇਸ ਰੀਸ਼ਫਲ ਦੇ ਵਿੱਚ ਸਹੁੰ ਖਾਣੀ ਹੈ। ਹੋਇਆ ਕਿ ਉਹ ਬੰਦੇ ਨੇ ਢੋਲ ਢਮੱਕੇ ਕਰ ਲਏ, ਸਭ ਕੁਝ ਕਰ ਲਿਆ, ਪੰਜਾਬ 'ਚ ਸਾਨੂੰ ਮੈਸੇਜ ਦੇ ਦਿੱਤਾ। ਅਸੀਂ ਗੱਡੀਆਂ ਦਾ ਕਾਫਲਾ ਲੈ ਕੇ ਜੱਜਪੁਰ ਦੇ MP ਦੇ ਸ਼ਬਦ ਲੈਣ ਦੇ ਮਾਮਲੇ 'ਚ ਅਸੀਂ ਉੱਥੇ ਪਹੁੰਚੇ। ਜਦੋਂ ਸ਼ਬਦ ਲੈਣ ਦੀ ਵਾਰੀ ਆਈ 3 ਘੰਟੇ ਪਹਿਲਾਂ ਉੱਥੋਂ ਡਾਇਰੈਕਸ਼ਨ ਨੋਟੀਫਿਕੇਸ਼ਨ ਹੋ ਗਿਆ, ਚਿੱਠੀ ਕੀਤੀ ਵੀ ਆਂਚਲ ਦਾਸ ਮੈਂਬਰ ਪਾਰਲੀਮੈਂਟ ਜੱਜਪੁਰ ਨੂੰ ਇਹ ਸਹੁੰ ਨਹੀਂ ਚੁਕਾਈ ਜਾਏਗੀ। ਇਹਦੇ ਥਾਂ ਦੇ ਉੱਤੇ ਜਿਹੜਾ AK ਸਿਨਹਾ ਉਹਨੂੰ ਜਿਹੜੀ ਸ਼ਬਦ ਚਲਾਈ ਜਾਂਦੀ ਹੈ। ਸੋ ਮੇਰਾ ਕਹਿਣ ਦਾ ਭਾਵ ਇਹ ਰਾਜਨੀਤਿਕ ਜਿਹੜੀਆਂ ਸਾਡੀਆਂ ਗਿਣਤੀਆਂ ਮਿੰਤੀਆਂ ਨੇ ਨਾ, ਜਿਹੜੇ ਅੰਦਾਜ਼ੇ ਨੇ, ਇਹ ਅੰਦਾਜ਼ੇ ਗਲਤ ਵੀ ਹੋ ਸਕਦੇ ਨੇ ਔਰ ਪਿੱਛੇ ਸਾਬਤ ਕਰਦੇ ਨੇ ਬਾਕੀਆਂ ਪਹਿਲੀਆਂ ਚੋਣਾਂ 'ਚ ਵੀ ਇਹ ਅੰਦਾਜ਼ੇ ਬਿਲਕੁਲ ਗਲਤ ਹੋਏ ਨੇ, ਉਲਟ ਹੋਏ ਨੇ। 112 ਸੀਟਾਂ ਲੈਣ ਵਾਲਾ 20 ਸੀਟਾਂ ਤੇ ਜਿਹੜਾ ਉਹ ਇਕੱਠੇ ਹੋ ਗਿਆ। ਕਾਂਗਰਸ ਦੀਆਂ ਸੀਟਾਂ ਉਸ ਵੇਲੇ ਕਾਂਗਰਸ ਨੂੰ ਹਰਾਇਆ ਜਾ ਰਿਹਾ ਸੀ ਤੇ ਆਪ ਨੂੰ ਜਿਤਾਇਆ ਜਾ ਰਿਹਾ ਸੀ। ਉਹੀ ਕਾਂਗਰਸ ਜਿਹੜੀ ਆਪਣੀ ਵਜ਼ਾਰਤ ਜਿਹੜੀ ਬਣਾ ਕੇ ਆਈ। ਸੋ ਇਸ ਕਰਕੇ ਇਹ ਨਤੀਜਿਆਂ ਦੇ ਉੱਤੇ ਇਹ ਕਿੱਲ ਕੇ ਚੈਨਲ ਦੇ ਉੱਤੇ ਰੌਲਾ ਪਾਉਣਾ, ਅੰਦਾਜ਼ੇ ਲਾਉਣੇ, ਬਹਿਸਾਂ ਕਰਨੀਆਂ, ਇਹ ਤੇ ਕੀਤੀਆਂ ਜਾ ਸਕਦੀਆਂ, ਪਰ ਸੱਚਾਈ ਕੀ ਹੈ ਇਹ ਸੱਚਾਈ 10 ਤਰੀਕ ਨੂੰ ਸਵੇਰੇ 8 ਵਜੇ ਤੋਂ ਬਾਅਦ ਤੁਹਾਡੇ ਸਾਹਮਣੇ ਪ੍ਰਗਟ ਹੋਈ ਜਾਏਗੀ। ਜੀ ਲੈਲ ਸਾਹਿਬ ਤਾਂ ਕੀ ਗੱਲ ਹੈ, ਐਗਜ਼ਿਟ ਪੋਲ ਪਹਿਲਾਂ ਵੀ ਹੋਏ ਨੇ, ਇਹ ਗੱਲ ਨਹੀਂ ਕਿ ਪਹਿਲੀ ਵਾਰ ਐਗਜ਼ਿਟ ਪੋਲ ਹੋਏ ਨੇ। ਤੁਹਾਨੂੰ ਯਾਦ ਹੋਵੇ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਰਕਾਰ ਰਿਪੀਟ ਕਰੀ ਸੀ, ਮੈਂ ਉਸ ਸਮੇਂ ਦੀ ਗੱਲ ਕਰਦਾ, ਮੈਂ ਉਹਦੇ ਇੱਕ ਰੇਡੀਓ ਸਟੇਸ਼ਨ ਦੇ ਕੈਨੇਡਾ ਦੇ ਵਿੱਚ ਬੋਲਦਾ ਹੁੰਦਾ ਸੀ। ਮੈਂ ਸਾਰੀ ਦੁਨੀਆ ਇਹ ਕਹਿ ਰਹੀ ਸੀ, ਜਿੰਨੇ ਵੀ TV ਅਨਾਉਂਸਰ ਸੀ, ਟੈਲੀਵਿਜ਼ਨ ਦੇ ਐਂਕਰ ਸੀ, ਉਹ ਇਹ ਗੱਲ ਕਹਿੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰੇ ਆ ਹੀ ਨਹੀਂ ਸਕਦੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸੀ। ਲੀਡਰ ਛੇਕੇ ਜਾ ਰਹੇ ਸੀ ਪੰਥ ਦੇ ਵਿੱਚੋਂ, ਉਹਨਾਂ ਦਿਨਾਂ ਦੀ ਗੱਲ ਹੈ। ਪਰ ਮੈਂ ਇਕੱਲਾ ਹੀ ਹੋਸਟ ਸੀ ਕੈਨੇਡਾ ਦੇ ਵਿੱਚ ਜਿਹੜਾ ਇਹ ਗੱਲ ਬਾਰ-ਬਾਰ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਰਿਪੀਟ ਕਰੂਗਾ। ਲੋਕਾਂ ਨੇ ਲਾਈਵ ਹੋ ਕੇ ਮੈਨੂੰ ਪਾਗਲ ਤੱਕ ਕਿਹਾ, ਲੋਕਾਂ ਨੇ ਮੈਨੂੰ ਇਹ ਕਿਹਾ ਵੀ ਤੂੰ ਕੰਮ ਛੱਡ ਦੇ, ਲੋਕਾਂ ਨੇ ਮੈਨੂੰ ਇਹ ਕਿਹਾ ਵੀ ਐਂਕਰ ਵਧੀਆ ਨਹੀਂ ਹੈ,
ਇਹ ਐਂਕਰ ਨੂੰ ਅਕਲ ਨਹੀਂ, ਇਹ ਝੂਠ ਮਾਰਦਾ ਹੈ, ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ। ਲਹਿਲ ਸਾਹਿਬ ਜਦੋਂ ਨਤੀਜਾ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਮਤ ਨਾਲ ਸਰਕਾਰ ਬਣਾਈ। ਇਸ ਗੱਲ ਦੀ ਮੈਂ ਤਾਂ ਹੀ ਗੱਲ ਕੀਤੀ ਹੈ ਵੀ ਜਿਹੜੇ ਐਗਜ਼ੈਕਟ ਪੋਲ ਨੇ ਇਹ ਕੋਈ ਜ਼ਰੂਰੀ ਨਹੀਂ ਕਿ ਸੱਚ ਬੋਲ ਰਹੇ ਨੇ। ਮੈਂ ਇਮੈਜਿਨ ਕਰਕੇ ਵੇਖੋ ਉਹਨਾਂ ਚੌਂ ਐਗਜ਼ੈਕਟ ਪੋਲ ਦੇ ਚੈਨਲਾਂ ਦੀ, ਉਹ ਸਾਰਿਆਂ ਦਾ ਸੀਟਾਂ ਦਾ ਇੱਕੋ ਜਿਹਾ ਹੀ ਮੈਸੇਜ ਹੈ, 52 ਤੋਂ 61, 25 ਤੋਂ 30 ਫਲਾਣਾ। ਇਹਨਾਂ ਦੋਨਾਂ ਦਾ ਮੇਲ, ਚੌਹਾਂ ਦਾ ਮੇਲ ਇੱਕ ਹੈ। ਇਟ ਮੀਨਸ ਕਿਤੇ ਇੱਕ ਬੰਦੇ ਨੇ ਇਹ ਸਰਵੇ ਕੀਤਾ ਔਰ ਸਾਰਿਆਂ ਨੇ ਨਕਲ ਮਾਰ ਲਈ, ਆਸੇ ਪਾਸੇ ਨਕਲ ਮਾਰ ਲਈ। ਸੋ ਇਸ ਕਰਕੇ ਐਗਜ਼ੈਕਟ ਪੋਲ ਨੂੰ ਤੁਸੀਂ ਇਹ ਸੱਚ ਮੰਨ ਕੇ ਨਾ ਚੱਲੋ। ਅਗਰ ਸੱਚ ਮੰਨ ਕੇ ਚੱਲੇ ਤਾਂ ਕੋਈ ਪਤਾ ਨਹੀਂ ਵਕਤ ਦਾ ਇਹ ਬਦਲਾਅ ਕਿਵੇਂ ਆ ਜਾਏਗਾ ਔਰ ਢੋਲ ਜਿਹੜੇ ਉੱਥੇ ਰਹਿ ਜਾਣਗੇ ਔਰ ਕਈਆਂ ਦੇ ਮਤਲਬ ਜਿਹੜਾ ਅਟੈਕ ਹੋ ਜਾਏਗਾ। ਕਿਉਂਕਿ ਜਿਹੜੇ ਬੰਦੇ ਨੇ ਆ ਪਿੱਛੇ ਜੇ ਜਦੋਂ ਚਰਨਜੀਤ ਚੰਨੀ ਨੇ ਰੀਸ਼ਫਲ ਕੀਤੀ, ਰੀਸ਼ਫਲ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਇਆ ਤਾਂ ਸੁਖਜਿੰਦਰ ਸਿੰਘ ਰੰਧਾਵੇ ਨੂੰ ਅਨਾਉਂਸ ਹੋ ਗਿਆ ਸੀਐਮ ਔਰ ਉਹਨੇ ਲੱਡੂ ਦੇ ਟੋਕਰੇ ਲੈਣ ਦੇ ਘਰੇ ਢੋਲ ਵੱਜਣ ਲੱਗ ਗਏ, ਭੰਗੜੇ ਪੈਣ ਲੱਗ ਗਏ ਔਰ 5 ਮਿੰਟਾਂ ਬਾਅਦ ਇਹ ਸੋਚਿਆ ਵੀ ਉਹ ਤੇ ਡਿਪਟੀ ਸੀਐਮ ਬਣਾਇਆ ਗਿਆ ਜੀ। ਸੋ ਇਹ ਵਕਤ ਜਿਹੜਾ ਹੈ ਇਹ ਬੜਾ ਬਲਵਾਨ ਹੈ ਜੀ, ਇਹਨੂੰ ਸੱਚ ਮੰਨ ਕੇ ਨਾ ਚੱਲੋ। ਸੋ ਇਸ ਕਰਕੇ ਇਹ ਜਿਹੜੀਆਂ ਤੋੜ ਮਨੋੜ ਵਾਲੀਆਂ ਚੀਜ਼ਾਂ ਉਦੋਂ ਤੱਕ ਸਾਬਤ ਨਹੀਂ ਹੋ ਸਕਦੀਆਂ ਜਦ ਤੱਕ ਸਹੀ ਢੰਗ ਦੇ ਰਿਜ਼ਲਟ ਜਿਹੜੇ ਨੇ ਉਹ ਬਾਹਰ ਨਹੀਂ ਆ ਸਕਦੇ। ਜੇ ਇਹੀ ਕੁਝ ਹੁੰਦਾ ਤੇ ਫਿਰ ਇਲੈਕਸ਼ਨ ਕਰਾਉਣ ਦੀ ਕੀ ਲੋੜ ਸੀ? ਜੇ ਐਗਜ਼ੈਕਟ ਪੋਲ ਜਿਹੜੇ ਨੇ ਅੱਜ ਬੋਲ ਰਹੇ ਨੇ, ਜੇ ਇਸੇ ਆਧਾਰ ਤੇ ਗੱਲ ਕਰ ਲੈਂਦੇ ਆ ਤੇ ਫਿਰ ਚੋਣਾਂ ਦੀ ਤਾਂ ਲੋੜ ਹੀ ਨਹੀਂ ਸੀ। ਫਿਰ ਦਿਲਾਂ ਦੇ ਲੋਕਾਂ ਦੀ ਗੱਲ ਦਾ ਪਤਾ ਹੀ ਨਹੀਂ ਸੀ ਜੀ। ਲੋਕਾਂ ਨੇ ਤਾਂ ਖਾਧਾ ਕਿਸੇ ਕੋਲ ਆ, ਪੀਤਾ ਕਿਸੇ ਕੋਲ ਆ, ਵੋਟ ਕਿਸੇ ਨੂੰ ਪਾਈ ਆ। ਇਸ ਕਰਕੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਨਾ ਵੀ ਚਰਨਜੀਤ ਚੰਨੀ ਦਾ ਦਲਿਤ ਦਾ ਸੀ, ਦਲਿਤ ਨੇ ਐਕਸੈਪਟ ਨਹੀਂ ਕੀਤਾ, ਕਈਆਂ ਦੇ ਵਿਚਾਰ ਆਏ ਨੇ। ਇਹ ਵੰਡ ਜਿਹੜੀ ਹੈ ਵੋਟਾਂ ਦੀ ਵੰਡ ਹੈ, ਸਮਾਜ ਦੇ ਸੁਧਾਰ ਦੀ ਕਿਤੇ ਗੱਲ ਨਹੀਂ ਆਈ। ਉੱਥੇ ਸਿਰਫ ਦਲਿਤ ਤੇ ਜੱਟਾਂ ਦੀ ਗੱਲ ਆਈ ਹੈ, ਜ਼ਿਮੀਂਦਾਰਾਂ ਦੀ ਆਈ ਹੈ, ਦਲਿਤਾਂ ਦੀ ਆਈ ਹੈ ਵੀ ਦਲਿਤਾਂ ਦੇ ਵੋਟ ਵੰਡੇ ਗਏ, ਦਲਿਤ ਇੱਧਰ ਚਲੇ ਗਏ, ਦਲਿਤ ਇੱਧਰ ਚਲੇ ਗਏ, ਜ਼ਿਮੀਂਦਾਰ ਜਿਹੜੇ ਇੱਧਰ ਚਲੇ ਗਏ। ਇਹ ਮਸਲਾ ਨਹੀਂ ਹੈ ਪੰਜਾਬ ਦਾ। ਪੰਜਾਬ ਦਾ ਮਸਲਾ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਨੂੰ ਸੁਧਾਰਨਾ ਜੀ, ਪੰਜਾਬ ਦਾ ਵਿਕਾਸ ਕਰਨਾ, ਇਹ ਬਹੁਤ ਵੱਡੇ ਮਸਲੇ ਨੇ ਜਿਨ੍ਹਾਂ ਮਸਲਿਆਂ ਤੋਂ ਸਾਡੇ ਚੈਨਲ ਵੀ ਜਿਹੜੇ ਨੇ ਮੂੰਹ ਮੋੜੀ ਬੈਠੇ ਨੇ। ਉਹ ਸਿਰਫ ਤੇ ਸਿਰਫ ਆਪਣੀ TRP ਵਧਾਉਣ ਵਾਸਤੇ ਬੜੀ ਉੱਚੀ ਉੱਚੀ ਆਵਾਜ਼ਾਂ 'ਚ ਧੱਕੇ ਨਾਲ ਇਹ ਹੋ ਜੂ, ਇੱਥੇ ਐ ਹੋ ਜੂ। ਜੇ ਇਦਾਂ ਹੀ ਹੁੰਦਾ ਤਾਂ ਸਮਾਜ ਕਿਤੇ ਹੋਰ ਹੀ ਤਰੀਕੇ ਦਾ ਹੁੰਦਾ ਜੀ। ਸੋ ਇਸ ਕਰਕੇ ਇਹ ਅੰਦਾਜ਼ੇ ਜਿਹੜੇ ਨੇ ਇਹ ਆਪਣੀਆਂ ਕਿਤਾਬਾਂ 'ਚ ਬੰਦ ਰਹਿ ਜਾਣੇ ਨੇ ਔਰ ਉਸ ਤੋਂ ਬਾਅਦ ਇਹਨਾਂ ਅੰਦਾਜ਼ੇ ਵਾਲਿਆਂ ਨੇ ਆਪਣੇ ਨਤੀਜੇ ਉਸ ਰਿਪੋਰਟ ਦੇ ਨਾਲ ਮਿਲ ਕੇ ਪੇਸ਼ ਕਰਨੇ ਨੇ ਵੀ ਇਹ ਵੀ ਹੋ ਸਕਦਾ ਜੀ। ਲਹਿਲ ਸਾਹਿਬ ਗੱਲ ਪਤਾ ਕੀ ਹੈ, ਜਦੋਂ ਸਰਵੇ ਬਣਦਾ ਹੈ ਜਾਂ ਐਗਜ਼ਿਟ ਪੋਲ ਆਉਂਦੇ ਨੇ ਨਾ ਖਾਸ ਕਰਕੇ, ਉਦੋਂ ਬਹੁਤ ਸਾਰੇ ਲੋਕ ਇਹ 'ਚ ਇਨਵੋਲਵ ਹੁੰਦੇ ਨੇ। ਕਾਰਨ ਕੀ ਹੈ, ਜਿਹੜੇ ਆਪਣੇ ਆਪ ਨੂੰ ਐਕਸਪਰਟ ਕਹਿੰਦੇ ਆ ਨਾ, ਜਿਹੜੇ ਆਪਣੇ ਆਪ ਨੂੰ ਮਹਾਰਥੀ ਕਹਿੰਦੇ ਨੇ, ਵੱਡੇ ਵੱਡੇ TV ਚੈਨਲਾਂ ਦੇ ਜਿਨ੍ਹਾਂ ਦੀ TRP ਬਹੁਤ ਖਰਾ, ਆਪਣੀ ਤਾਂ TRP ਮਾੜੀ ਮੋਟੀ ਹੈ, ਆਪਾਂ ਤਾਂ ਲੋਕ YouTube ਤੇ ਵੇਖਦੇ ਨਹੀਂ, ਆਪਾਂ ਤਾਂ 20-50 ਬੰਦੇ ਵੇਖਦੇ ਨੇ, ਲੇਕਿਨ ਜਿੰਨੇ ਵੀ ਵੇਖਦੇ ਨੇ ਉਹ ਵਧੀਆ ਵੇਖਦੇ ਨੇ ਹਨਾ, ਅੱਛੇ ਲੋਕ ਦੇਖਦੇ ਨੇ। ਦਿਲ ਸਾਹਿਬ ਇੱਕ ਗੱਲ ਕਹਾਂ ਛੋਟੀ ਜੀ, ਮੈਨੂੰ ਅਜੇ ਇੱਕ ਮਿੰਟ ਯਾਦ ਆ ਗਈ, ਇੱਕ ਯਾਦ ਆ ਗਈ ਗੱਲ, ਲੈਣ ਮਿਲ ਗਈ ਆਪਾਂ ਕਹਿੰਦੇ ਨੇ ਆਪਣੇ ਜਿਹੜੇ ਸਾਡੇ ਮਸਕੀਨ ਸਾਹਿਬ ਨੇ, ਉਹ ਕਹਿੰਦੇ ਬਹੁਤ ਵੱਡੇ ਇਕੱਠ 'ਚ ਸਿਆਣੇ ਬੰਦੇ ਨਹੀਂ ਹੁੰਦੇ ਤੇ ਸਿਆਣਿਆਂ ਦਾ ਇਕੱਠ ਘੱਟ ਹੁੰਦਾ, ਸਿਆਣਿਆਂ ਦਾ ਇਕੱਠ ਹੀ ਨਹੀਂ ਹੁੰਦਾ ਜੀ। ਲਹਿਲ ਸਾਹਿਬ ਆਪਣੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਸੀਨੀਅਰ ਪੱਤਰਕਾਰ ਪ੍ਰਦੀਪ ਸਿੰਘ ਜੀ। ਹੈਪੀ, ਸਤਿ ਸ੍ਰੀ ਅਕਾਲ ਜੀ। ਅੱਛਾ ਹੈਪੀ ਜੀ, ਸਰਵੇ ਐਗਜ਼ਿਟ ਪੋਲ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਨੇ, ਤੁਹਾਡਾ ਬੜਾ ਵਾਈਡ ਤਜਰਬਾ ਹੈ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਹੁਣ 10 ਤਰੀਕ ਬਹੁਤ ਨਜ਼ਦੀਕ ਆ ਗਈ ਹੈ, 2 ਦਿਨ ਦਾ ਵਕਤ ਰਹਿ ਗਿਆ ਤੇ 10 ਨੂੰ ਆਪਣੇ 11 ਤੋਂ 12 ਦੇ ਵਿੱਚ ਸਾਰਾ ਪੰਜਾਬ ਦਾ ਜਿਹੜਾ ਸਿਨੈਰੀਓ ਸਭ ਦੇ ਸਾਹਮਣੇ ਆ ਜਾਊਗਾ। ਹਾਲ ਦੀ ਘੜੀ ਸਾਰੇ ਐਗਜ਼ਿਟ ਪੋਲ ਆਪਾਂ ਜੋ ਕਹਿੰਦੇ ਆਪਣੀ ਸਰਕਾਰ ਬਣਾ ਰਹੇ ਨੇ ਤੇ ਸਾਰਿਆਂ ਵੱਲੋਂ ਇਹ ਅਲੱਗ-ਅਲੱਗ ਕਿਸੇ ਨੇ 66 ਕੀਤਾ ਵੀ ਆਪ ਨੂੰ, ਕਿਸੇ ਨੇ 70, ਕਿਸੇ ਨੇ ਹਨਾ, ਕਿਸੇ 90 ਤੱਕ, ਕੋਈ 100 ਤੱਕ ਵੀ 100 ਪਾਰ ਵੀ ਆ ਰਿਹਾ ਹਨਾ। ਤੇ ਪਰ ਐਗਜ਼ੈਕਟ ਪੋਜੀਸ਼ਨ ਕੀ ਹੋਊਗੀ 10 ਨੂੰ ਸਾਹਮਣੇ ਆ ਜਾਏਗਾ ਜੀ 11 ਜੀ। ਆਪਣਾ ਪ੍ਰਦੀਪ ਜੀ, ਤੁਸੀਂ ਗਰਾਊਂਡ ਲੈਵਲ ਤੇ ਬਹੁਤ ਕੰਮ ਕੀਤਾ, ਇੰਨੇ ਸਾਲਾਂ ਤੋਂ ਤੁਸੀਂ ਫੀਲਡ ਦੇ ਵਿੱਚ ਜੁੜੇ ਹੋ, ਪੋਲੀਟੀਕਲੀ ਖੇਤਰ ਤੁਹਾਡੇ ਕੋਲ ਹੈਗਾ, ਮੁਹਾਰਤ ਹਾਸਲ ਹੈ, ਤੁਹਾਡਾ ਐਗਜ਼ਿਟ ਪੋਲ ਕੀ ਕਹਿੰਦਾ ਜੀ? ਸ਼ਾਇਦ ਲਾਈਨ ਜਿਹੜੀ ਹੈ
ਉਹ ਸਾਡੀ ਕੱਟ ਗਈ ਹੈ। ਲਹਿਰ ਸਾਹਿਬ ਪਤਾ ਕੀ ਗੱਲ ਹੁੰਦੀ ਹੈ, ਉਹੀ ਗੱਲ ਦੇਖੋ ਹੈਪੀ ਨੇ ਵੀ ਇਹੀ ਗੱਲ ਕਹੀ ਵੀ ਪ੍ਰਦੀਪ ਜੀ ਨੇ ਕਿ ਐਗਜ਼ਿਟ ਪੋਲ ਕੋਈ 90 ਦਿਖਾ ਰਿਹਾ ਹੈ, ਕੋਈ 100 ਤੱਕ ਵੀ ਲੈ ਗਿਆ ਅੰਕੜਾ, ਹੈ ਨਾ। ਮੈਨੂੰ ਨਹੀਂ ਪਤਾ ਹੁਣ ਇਹ ਐਗਜ਼ਿਟ ਪੋਲ ਕਿਹੜੇ ਮਹਾਰਥੀ ਪੰਡਤਾਂ ਨੇ ਬੈਠ ਕੇ ਬਣਾਇਆ। ਮੇਰੇ ਹਿਸਾਬ ਦੇ ਨਾਲ ਮੈਨੂੰ ਐ ਲੱਗਦਾ ਵੀ ਇਹ 7-8 ਟੈਲੀਵਿਜ਼ਨ ਚੈਨਲ ਇਕੱਠੇ ਹੋ ਗਏ, ਉਹਨਾਂ ਨੇ ਆਪਣੇ ਰਿਪੋਰਟਰਾਂ ਨੂੰ ਫੋਨ ਕੀਤਾ, ਮੈਂ ਗੱਲ ਕਹਿਤੀ ਹਲਕੇ ਦੀ ਕੀ ਪੋਜੀਸ਼ਨ ਹੈ, ਤੇ ਸਰਵੇ ਬਣ ਗਿਆ। ਲੇਕਿਨ 100 80 90 ਲਹਿਰ ਸਭ ਸੀਟਾਂ ਬਹੁਤ ਹੁੰਦੀਆਂ ਨੇ। ਇਹਦਾ ਮਤਲਬ ਪਤਾ ਕੀ ਹੈ, 100 ਸੀਟਾਂ ਲਿਜਾਣ ਦਾ ਮਤਲਬ ਇਹ ਹੈ ਕਿ ਪੂਰੇ ਪੰਜਾਬ ਵਿੱਚ ਝਾੜੂ ਫਿਰਨਾ। ਕਿੱਥੇ ਗਿਆ ਬਾਬਾ ਗੁਰਮੀਤ ਰਾਮ ਰਹੀਮ, ਕਿੱਥੇ ਗਿਆ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ, ਕਿੱਥੇ ਗਿਆ ਚਰਨਜੀਤ ਸਿੰਘ ਚੰਨੀ। ਦੇਖੋ ਚੰਨੀ ਤਾਂ ਚਲੋ ਠੀਕ ਹੈ, ਮੰਨ ਸਕਦੇ ਆ ਵੀ ਕਾਂਗਰਸ ਪਾਰਟੀ ਜਿਹੜੀ ਹੈ ਉਹ ਬਿਲਕੁਲ ਡੈਡ ਹੈ। ਹੁਣ ਹੋਣਾ ਕੀ ਹੈ ਲਹਿਰ ਸਾਹਿਬ ਜੀ, ਜਦੋਂ ਕਾਂਗਰਸ ਪਾਰਟੀ ਹਾਰ ਗਈ ਨਵਜੋਤ ਸਿੰਘ ਸਿੱਧੂ ਨੇ ਸਿਰ ਚੱਕਣਾ, ਉਹਨੇ ਕਹਿਣਾ ਹੈ ਚੰਨੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਤਾਂ ਅਸੀਂ ਇਸ ਪੰਜਾਬ ਤੋਂ ਹਾਰੇ ਹਾਂ। ਉਹ ਤੇ ਕੱਲ ਵੀ ਇਹ ਗੱਲ ਕਹਿ ਰਿਹਾ ਜੀ, ਉਹ ਤੇ ਕੱਲ ਵੀ ਕਹਿ ਰਿਹਾ। ਕੱਲ ਉਹਨੇ ਇਸ ਸਾਰੀ ਜਿਹੜੀ ਇਲੈਕਸ਼ਨ ਜਿਹੜੀ ਹੋਈ ਆ ਉਹਦੇ ਤੇ ਵਿਚਾਰ ਚਰਚਾ ਕਰਨ ਵਾਸਤੇ ਪੰਜਾਬ ਦੇ ਸਮੁੱਚੇ ਜਿਹੜੀ ਆ ਉਹ ਕਮੇਟੀ ਦੀ ਮੀਟਿੰਗ ਰੱਖੀ ਸੀ, ਕਿਉਂਕਿ ਉਹ ਪੀਪੀਸੀ ਦਾ ਪ੍ਰਧਾਨ ਹੈ, ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਿਹੜਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੈ। ਤੇ ਸਿੱਧੂ ਨੇ ਮੀਟਿੰਗ ਰੱਖੀ। ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਕੱਲ ਦੀ ਮੀਟਿੰਗ ਦੇ ਇੱਕ ਮੰਤਰੀ ਔਰ ਇੱਕ ਜਿਹੜਾ ਵਿਧਾਇਕ ਉੱਥੇ ਨਾਗਰਾ ਔਰ ਪ੍ਰਗਟ ਸਿੰਘ ਪਹੁੰਚੇ, ਬਾਕੀ ਕੋਈ ਆਇਆ ਹੀ ਨਹੀਂ ਉੱਥੇ। ਸੋ ਕਹਿਣ ਦਾ ਭਾਵ ਨਵਜੋਤ ਸਿੰਘ ਸਿੱਧੂ ਨੂੰ ਇੱਥੋਂ ਹੀ ਸਮਝ ਲੈਣਾ ਚਾਹੀਦਾ ਵੀ ਕਾਂਗਰਸ ਦੀ ਕਾਰਗੁਜ਼ਾਰੀ ਕੀ ਰਹੀ ਹੈ, ਕਿਉਂਕਿ ਅਸੀਂ ਪਹਿਲਾਂ ਹੀ ਕਹਿੰਦੇ ਰਹੇ ਹਾਂ ਵੀ ਜਿਹੜਾ ਬੰਦਾ ਆਪਣੀ ਇਸ ਜਿਹੜੀ ਡਿਊਟੀ ਲਾਈ ਸੀ ਉਹ 'ਚ ਹੀ ਕਾਮਯਾਬ ਨਹੀਂ ਹੋਇਆ ਤੇ ਦੂਜੇ ਥਾਂ ਕਿੱਥੇ ਕਾਮਯਾਬ ਹੋ ਸਕਦਾ। ਸੋ ਮੇਰਾ ਕਹਿਣ ਦਾ ਭਾਵ ਬਾਬਾ ਗੁਰਿੰਦਰ ਸਿੰਘ ਵੀ ਜੇ ਸੋਚਿਆ ਜਾਏ ਉਹ ਭਾਵੇਂ ਟਪਲੀਆਂ ਹੀ ਮਾਰਦਾ ਪਰ ਉਹ ਤੇ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਜਿੱਤੂ। ਸੋ ਕੋਈ ਵੀ ਇਹੋ ਜਿਹਾ ਪੰਡਤ, ਸਿਆਸੀ ਪੰਡਤ ਜਿਹੜੇ ਨੇ ਉਹ ਕੋਈ ਇਹ ਦਾਅਵਾ ਨਹੀਂ ਕਰ ਸਕਦੇ, ਉਹ ਇੱਕ ਆਪਣਾ ਐਨਾਲਿਸਿਸ ਦੇ ਸਕਦੇ ਆ ਕਿ ਇਦਾਂ ਹੋ ਸਕਦਾ। ਜੇ ਇਦਾਂ ਹੋ ਜਾਂਦਾ ਤਾਂ ਅਜੇ ਹੁਣੇ ਸਵੇਰੇ ਇੱਕ ਟੀਵੀ ਚੈਨਲ ਤੁਸੀਂ ਲਾਇਆ ਸੀ ਤੇ ਉਹ ਜਿਹੜੀ ਉੱਥੋਂ ਦੀ ਹੋਸਟ ਹੈ ਉਹ ਕਹਿ ਰਹੀ ਸੀ ਭਗਵੰਤ ਮਾਨ ਜਿਹੜਾ ਸੀਐਮ ਬਣੇਗਾ, ਜੇ ਬਣ ਗਿਆ ਜੇ ਦੇ ਵਿੱਚ ਤੇ ਸਾਰਾ ਰੌਲਾ ਹੀ ਜੇ ਦਾ। ਕਿਉਂ ਸਵਾਲ ਇਸ ਗੱਲ ਦਾ ਨਹੀਂ ਵੀ ਭਗਵੰਤ ਮਾਨ ਬਣਦਾ ਜਾਂ ਕੌਣ ਬਣਦਾ, ਸਵਾਲ ਤਾਂ ਇਸ ਗੱਲ ਦਾ ਵੀ 10 ਤਰੀਕ ਨੂੰ ਜਿਹੜੇ ਵੀ ਦਿਲਾਂ ਦੀਆਂ ਧੜਕਣਾਂ ਨੇ ਉਹ 10 ਤਰੀਕ ਤੱਕ ਤੁਹਾਨੂੰ ਉਸੇ ਤਰ੍ਹਾਂ ਰੋਕਣੀਆਂ ਚਾਹੀਦੀਆਂ ਔਰ ਕਦੇ ਵੀ ਆਪਣੇ ਤੋਂ ਉੱਪਰ ਨਹੀਂ ਸੋਚਣਾ ਬਣਦਾ। ਜੇ ਆਪਾਂ ਇਹ ਸੋਚ ਕੇ ਚੱਲਦੇ ਹਾਂ ਵੀ ਕਾਂਗਰਸ ਜਿਹੜੀ ਡੁੱਬ ਗਈ ਕੋਈ ਪਤਾ ਨਹੀਂ, ਅਕਾਲੀ ਦਲ ਡੁੱਬ ਗਈ ਕੋਈ ਪਤਾ ਨਹੀਂ, ਭਾਜਪਾ ਥੱਲੇ ਰਹਿ ਗਈ ਕੋਈ ਪਤਾ ਨਹੀਂ। ਸੋ ਕਹਿਣ ਦਾ ਭਾਵ ਮੇਰਾ ਇਹ ਹੈ ਵੀ ਕਿਤੇ ਨਾ ਕਿਤੇ ਜਿਹੜੇ ਰਿਜ਼ਲਟ ਪੋਲ ਨੇ ਇਹ ਸਹੀ ਸਾਬਤ ਨਹੀਂ ਹੁੰਦੇ ਇਹਨਾਂ 'ਚ ਵੀ, ਕਿਉਂਕਿ ਮੈਂ ਪਹਿਲਾਂ ਹੀ ਗੱਲ ਕਹੀ ਵੀ ਅਸੀਂ ਵੀ ਮੋਹਾਲੀ ਰਹਿੰਦੇ ਹਾਂ ਜਾਂ ਕਿਤੇ ਰਹਿੰਦੇ ਹਾਂ, ਸਾਡੇ ਕੋਲ ਰਿਜ਼ਲਟ ਪੋਲ ਦਾ ਕੋਈ ਨਹੀਂ ਆਇਆ, ਕਿਸੇ ਕੋਲ ਆਮ ਨਹੀਂ ਗਏ। ਕੁਝ 1 ਲੱਖ ਦੇ ਪਿੱਛੇ 1000 ਬੰਦੇ ਨੂੰ ਉਹ ਟੱਚ ਕਰਦੇ ਨੇ ਔਰ ਜਿਹੜਾ ਬੰਦਾ ਉਹਨਾਂ ਨੂੰ ਮਿਲਦਾ ਉਹ ਕੋਈ ਪਤਾ ਨਹੀਂ ਉਹ ਅਕਾਲੀਆਂ ਦਾ, ਕਾਂਗਰਸੀਆਂ ਦਾ, ਆਪ ਦਾ ਜਾਂ ਕਿਹਦਾ। ਜਿਸ ਬੰਦੇ ਦਾ ਵੀ ਉਹ ਹੋਇਆ ਜਾਂ ਜਿਹਨੂੰ ਉਹਨੇ ਵੋਟ ਪਾਈ ਹੋਈ ਉਹ ਆਪਣਾ ਐਨਾਲਿਸਿਸ ਉਹੀ ਦੇ ਦਿੰਦਾ ਵੀ ਅਸੀਂ ਤਾਂ ਭਾਈ ਆਹ ਬੰਦੇ ਦੇ ਇਹ ਜਿੱਤੂਗੀ। ਸੋ ਇਸ ਕਰਕੇ ਐਗਜ਼ੈਕਟ ਪੋਲ ਜਿਹੜੇ ਨੇ ਇਹ ਸਹੀ ਸਾਬਤ ਨਹੀਂ ਹੁੰਦੇ। ਇਹ 2014 'ਚ ਵੀ ਸਾਬਤ ਨਹੀਂ ਹੋਏ, 12 'ਚ ਨਹੀਂ ਸਾਬਤ ਹੋਏ, 19 'ਚ ਨਹੀਂ ਸਾਬਤ ਹੋਏ, ਇਹ 22 'ਚ ਕਿਵੇਂ ਸਾਬਤ ਹੋ ਜਾਣਗੇ? ਕਿਉਂਕਿ ਇਹ ਨੇੜੇ ਤੇੜੇ ਰਹਿੰਦੇ ਨੇ। ਲਹਿਰ ਸਾਹਿਬ ਪਹਿਲਾਂ ਤਾਂ ਨੇੜੇ ਤੇੜੇ ਵਾਲੀ ਗੱਲ ਹੀ ਨਹੀਂ ਸੀ ਕਰਦੇ, ਅੱਜ ਨੇੜੇ ਤੇੜੇ ਦੀ ਗੱਲ ਕਰਨ ਲੱਗ ਗਏ ਆ। ਅੱਜ ਤੇ ਗੈਪ ਦੇਣ ਲੱਗ ਗਏ, 10 ਸੀਟਾਂ ਦਾ ਗੈਪ ਦੇਣ ਲੱਗ ਗਏ। ਯਾਰ ਕੁਝ ਤੇ ਹੋਣਾ ਹੀ ਆ। ਆਖਰ ਇੱਕ ਕੁੜੀ ਹੋਊ ਜਾਂ ਮੁੰਡੇ ਵਿਆਹ ਹੀ ਹੋ ਗਿਆ ਕੁੜੀ ਮੁੰਡੇ ਦਾ, ਤੇ ਜਾਂ ਕੁੜੀ ਹੋਊ ਜਾਂ ਮੁੰਡਾ ਹੋਊ, ਉਹ ਤਾਂ ਲਹਿਰ ਮੁੰਡਾ ਪਤਾ ਉਦੋਂ ਲੱਗੂ ਜਦੋਂ ਬੱਚਾ ਪੈਦਾ ਹੋਊ। ਸੋ ਇਹ ਅੰਦਾਜ਼ੇ ਨੇ। ਇਹ ਐਗਜ਼ੈਕਟ ਪੋਲ ਸਿਰਫ ਤੇ ਸਿਰਫ ਧੜਕਣਾ ਵਧਾਉਣ ਲਈ ਨੇ, ਹੋਰ ਕੁਝ ਨਹੀਂ ਹੈ, ਤੇ TRP ਵਧਾਉਣ ਦਾ ਇੱਕ ਸਾਧਨ ਹੈ। ਦੇਖੋ ਇਸ ਐਗਜ਼ਿਟ ਪੋਲ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਕਾਂਗਰਸ ਨੂੰ ਚਿੰਤਾ 'ਚ ਪਾਤਾ, ਅਕਾਲੀ ਦਲ ਬਾਦਲਾਂ ਦੀ ਨੀਂਦ ਉਡਾਤੀ। ਲੇਕਿਨ ਇਹ ਦੋਨੇ ਪਾਰਟੀਆਂ ਬੜੀਆਂ ਕੌਨਫੀਡੈਂਟ ਨੇ, ਕਹਿੰਦੇ ਵੀ ਸਰਵੇ ਜਿਹੜਾ ਹੈਗਾ ਇਹ ਐਗਜ਼ਿਟ ਪੋਲ ਗਲਤ ਹੈ। ਲੇਕਿਨ ਲਹਿਰ ਸਾਹਿਬ ਗੱਲ ਪੱਕੀ ਹੈ ਜੀ, ਤੁਹਾਡੀ ਗੱਲ ਮੈਂ ਰਿਪੀਟ ਕਰਨ ਲੱਗਿਆ ਕਿ ਐਗਜ਼ਿਟ ਪੋਲ ਜਿਹੜਾ ਹੈ ਉਹ 100% ਕਦੇ ਵੀ ਸਹੀ ਨਹੀਂ ਹੋਇਆ ਜੀ। ਨੇੜੇ ਤੇੜੇ ਮੰਨ ਸਕਦੇ ਆ। ਮਤਲਬ ਜੇ ਸਪੋਜ਼ ਕਰੋ ਕਿਸੇ ਨੇ ਕਹਿਤਾ, ਜਿਵੇਂ ਹੁਣ ਆਪਣਾ ਸਰਵੇ ਆਪਣਾ ਐਗਜ਼ਿਟ ਪੋਲ ਕੀ ਕਹਿੰਦਾ, ਆਪਣਾ ਐਗਜ਼ਿਟ ਪੋਲ ਇਹ ਕਹਿੰਦਾ ਵੀ ਆਪਾਂ ਆਮ ਆਦਮੀ ਪਾਰਟੀ ਨੂੰ 40 ਤੋਂ 45 ਸੀਟਾਂ ਆਪਾਂ ਦਿੰਨੇ ਆ ਜੀ, ਅਕਾਲੀ ਦਲ ਨੂੰ ਆਪਾਂ 30 ਤੋਂ 35 ਦਿੰਨੇ ਆ ਆਪਾਂ ਜੀ, ਕਾਂਗਰਸ ਪਾਰਟੀ ਨੂੰ ਆਪਾਂ 22 23 24 ਸੀਟਾਂ 25 30 ਬਸ, ਇਸ ਤੋਂ ਵੱਧ ਨਹੀਂ, ਇਹ ਤੋਂ ਵੱਧ ਦਿੰਦੇ ਨਹੀਂ ਆਪਾਂ। ਔਰ ਅਦਰਸ ਨੂੰ ਜਿਹੜੀ ਹੈਗੀ ਨੇ ਉਹ 2-4 ਸੀਟਾਂ ਦਿੰਨੇ ਆ ਆਪਾਂ, ਠੀਕ ਹੈ। ਇਹ ਆਪਣਾ ਦੇਾਂਗੇ 10 ਤੋਂ 12 ਸੀਟਾਂ ਦੇ, ਇਹ ਆਪਣਾ ਐਗਜ਼ਿਟ ਪੋਲ ਆ। ਉਹ ਚ ਸਮਾਜ ਮੋਰਚਾ ਵੀ ਹੋ ਸਕਦਾ, ਕੋਈ ਆਜ਼ਾਦ ਉਮੀਦਵਾਰ ਵੀ ਹੋ ਸਕਦਾ। ਲੇਕਿਨ ਬਾਕੀ ਟੈਲੀਵਿਜ਼ਨ ਚੈਨਲਾਂ ਨੇ ਸੰਯੁਕਤ ਸਮਾਜ ਮੋਰਚਾ ਨੂੰ ਬਾਹਰ ਕੱਢਤਾ ਬਿਲਕੁਲ।
ਦੂਜੀ ਗੱਲ ਹੈ, ਆਦਰਸ਼ ਦਾ ਬਿਲਕੁਲ ਕੋਈ ਲੈਣਾ ਦੇਣਾ ਨਹੀਂ ਕੀਤਾ ਵੀ ਆਦਰਸ਼ ਆ ਹੀ ਨਹੀਂ ਸਕਦੇ, ਇਦਾਂ ਕਦੇ ਨਹੀਂ ਹੁੰਦਾ। ਆਦਰਸ਼ ਦੀ ਇੱਕ ਭੂਮਿਕਾ ਰਹੀ ਹੈ ਹਮੇਸ਼ਾ ਸਾਡੀ ਬੁਝਾਰਤ ਦੇ ਵਿੱਚ, ਚਾਹੇ 1 ਸੀਟ ਦੀ ਭੂਮਿਕਾ ਰਹੇ, ਚਾਹੇ 2 ਦੀ ਰਹੇ, ਚਾਹੇ 3 ਦੀ ਰਹੇ। ਭਾਜਪਾ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਇਸ ਇਲੈਕਸ਼ਨ ਦੇ ਵਿੱਚ ਸਾਡੀ ਪੋਜੀਸ਼ਨ ਖਰਾਬ ਰਹਿਣੀ ਵੀ ਹੈ, ਕਿਉਂਕਿ ਕਿਸਾਨੀ ਅੰਦੋਲਨ ਹੋਇਆ, ਯਕਦਮ ਇਲੈਕਸ਼ਨ ਆ ਗਏ ਔਰ ਭਾਜਪਾ ਗਰਾਊਂਡ ਲੈਵਲ ਤੇ ਇੰਨੀ ਮਿਹਨਤ ਨਹੀਂ ਕਰ ਸਕੀ ਜਿੰਨੀ ਮਿਹਨਤ ਦੀ ਉਹਨਾਂ ਨੂੰ ਲੋੜ ਸੀ। ਕਾਰਨ ਕਿਉਂਕਿ ਭਾਜਪਾ ਦਾ ਵਿਰੋਧ ਸੀ, ਕਿਤੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਹੋ ਗਿਆ, ਕਿਤੇ ਲੀਡਰਾਂ ਨੂੰ ਕੁੱਟਮਾਰ ਹੋ ਗਈ, ਕਿਤੇ ਰੇਲਾਂ ਰੋਕ ਲਈਆਂ ਉਹਨਾਂ ਦੀ, ਕਿਤੇ ਗੱਡੀਆਂ ਰੋਕ ਲਈਆਂ, ਕਿਤੇ ਨਰਿੰਦਰ ਮੋਦੀ ਨੂੰ ਪੁੱਠਾ ਭੇਜਤਾ। ਕੁੱਲ ਮਿਲਾ ਕੇ ਭਾਜਪਾ ਦੀ ਪੋਜੀਸ਼ਨ ਤੇ ਦੇਖੋ ਪਹਿਲਾਂ ਵੀ ਡਾਊਨ ਸੀ, ਅੱਜ ਵੀ ਡਾਊਨ ਹੈ। ਆਉਣ ਵਾਲੇ ਸਮੇਂ 'ਚ ਭਾਜਪਾ ਦੀ ਗਰਾਊਂਡ ਕੀ ਹੈ ਇਹ ਮੈਨੂੰ ਨਹੀਂ ਪਤਾ, ਲੇਕਿਨ ਇੱਕ ਗੱਲ ਤੈਅ ਹੈ ਲਹਿਲ ਸਾਹਿਬ ਵੀ ਚਰਨਜੀਤ ਸਿੰਘ ਚੰਨੀ ਨੂੰ ਫਿਕਰ ਪੈ ਗਿਆ। ਚੰਨੀ ਨੂੰ ਇਹ ਗੱਲ ਕਲੀਅਰ ਹੋ ਗਈ ਵੀ ਸਰਕਾਰ ਸਾਡੀ ਨਹੀਂ ਬਣ ਸਕਦੀ, ਇਹ ਗਰੰਟੀ ਹੈ। ਉਹਦਾ ਕਾਰਨ ਹੈ ਲਹਿਲ ਸਾਹਿਬ ਜੀ, ਇਹਨਾਂ ਨੇ ਕੀ ਏਜੰਡਾ ਕੀਤਾ ਸੀ ਕਿ ਜਿੰਨੇ ਭ੍ਰਿਸ਼ਟ ਮੰਤਰੀ ਅਸੀਂ ਸ਼ਾਮਲ ਨਹੀਂ ਕਰਾਂਗੇ ਜੀ, ਜਿੰਨੇ ਭ੍ਰਿਸ਼ਟ ਮੰਤਰੀ ਅਸੀਂ ਟਿਕਟਾਂ ਨਹੀਂ ਦੇਵਾਂਗੇ, ਬਸ ਸਾਧੂ ਸਿੰਘ ਧਰਮਸੋਤ ਵਰਗੇ ਜਾਂ ਹੋਰ ਬੰਦੇ ਨੇ ਉਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਟਿਕਟਾਂ ਦਿੱਤੀਆਂ ਗਈਆਂ। ਮੈਨੂੰ ਨਹੀਂ ਪਤਾ ਵੀ ਇਹ ਸੀਟ ਕਿੰਨੇ ਕਰੋੜ ਵਿੱਚ ਖਰੀਦੀ ਗਈ, ਵੇਚੀ ਗਈ, ਸਾਡੇ ਕੋਲ ਕੋਈ ਪੁਖਤਾ ਪ੍ਰਮਾਣ ਨਹੀਂ ਹੈਗੇ ਜੀ। ਲੇਕਿਨ ਜੇ ਕਾਂਗਰਸ ਨੇ ਇਹੀ ਕੰਮ ਕਰਨਾ ਸੀ ਫਿਰ ਕੈਪਟਨ ਅਮਰਿੰਦਰ ਨੂੰ ਕਿਉਂ ਭੇਜਿਆ? ਹਾਲਾਂਕਿ ਸੁਨੀਲ ਜਾਖੜ 2 ਦਿਨ ਪਹਿਲਾਂ ਗੱਲ ਸਾਫ਼ ਕਰ ਚੁੱਕੇ ਨੇ ਕਿ ਕੈਪਟਨ ਅਮਰਿੰਦਰ ਦੇ ਜਾਣ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ। ਬਿਲਕੁਲ ਇਹ ਗੱਲ ਜਾਖੜ ਸਾਹਿਬ ਅੱਜ ਮੰਨ ਰਹੇ ਨੇ, ਪਰ ਉਸ ਟਾਈਮ ਤੇ ਜਾਖੜ ਸਾਹਿਬ ਨੇ ਇਹ ਗੱਲ ਨਹੀਂ ਮੰਨੀ ਜਦੋਂ ਇਹਨਾਂ ਨੇ ਬਗਾਵਤ ਕਰੀ ਸੀ, ਜਦੋਂ ਇਹਨਾਂ ਨੇ ਸਾਰਿਆਂ ਨੇ ਉੱਥੇ ਲਿਖ ਕੇ ਦੇ ਕੇ ਆਏ ਸੀ ਵੀ ਕੈਪਟਨ ਨੂੰ ਥੱਲੇ ਚਾਰੋ, ਚੰਨੀ ਮੁੱਖ ਮੰਤਰੀ ਲਾਓ। ਉਹਦੇ ਵਿੱਚ ਸੁਨੀਲ ਜਾਖੜ ਵੀ ਸੀ ਜੀ। ਸੁਨੀਲ ਜਾਖੜ ਵੀ ਜਦੋਂ ਉਹਦੇ ਜਬੇ ਬਾਣ ਲੱਗੇ ਤਵੇ ਰੋਸ ਜਾਗੇ। ਜਿਸ ਵੇਲੇ ਇਹ ਬਗਾਵਤ ਹੋਈ ਹੈ ਤੇ ਉਸ ਵੇਲੇ ਸੁਨੀਲ ਜਾਖੜ ਦਾ ਵੀ ਪੂਰਾ ਹੀ ਰੋਲ ਸੀ ਕੈਪਟਨ ਉਹਦੇ ਨਾਲ, ਨਵਜੋਤ ਸਿੰਘ ਸਿੱਧੂ ਨਾਲ। ਇਹਦਾ ਰੋਸ ਉਦੋਂ ਜਾਗਿਆ ਜਿਸ ਵੇਲੇ ਉਹਨੂੰ ਮੁੱਖ ਮੰਤਰੀ ਤੋਂ ਲਾਂਭੇ ਕਰ ਦਿੱਤਾ ਗਿਆ, ਮੁੱਖ ਮੰਤਰੀ ਦੇ ਨਾਂ ਤੇ ਨਹੀਂ ਵਿਚਾਰਿਆ ਗਿਆ, ਜਦੋਂ ਕਿ ਉਸ ਵੇਲੇ ਉਹਦੇ ਮੁਤਾਬਕ 21 ਜਾਂ 22 ਜਿਹੜੇ MLA ਸੀ ਉਹ ਇਹਦੇ ਹੱਕ 'ਚ 42 MLA ਜਿਹੜੇ ਸੀ ਉਹ ਇਹ ਚਾਹੁੰਦੇ ਸੀ ਵੀ ਜਾਖੜ ਮੁੱਖ ਮੰਤਰੀ ਬਣੇ, ਪਰ ਇਹਨੂੰ ਲਾਂਭੇ ਕਰਕੇ ਚਰਨਜੀਤ ਚੰਨੀ ਜਿਹਨੂੰ ਸਿਰਫ 6 ਵੋਟਾਂ ਪਈਆਂ ਸੀ ਤੇ ਇਹਨੂੰ ਇਸ ਕਰਕੇ ਵੀ ਦਲਤ ਇੱਕ ਪੱਤਾ ਖੇਡਣ ਵਾਸਤੇ ਇਹਦੇ ਨਾਂ ਦੇ ਉੱਤੇ ਜਿਹੜੀ ਆ ਉਹ ਮੋਹਰ ਲਾ ਦਿੱਤੀ ਗਈ ਸੀ। ਔਰ ਉਸ ਤੋਂ ਬਾਅਦ ਹੀ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਨੂੰ ਸਹੀ ਕਹਿਣ ਲੱਗ ਗਿਆ। ਸੋ ਕੱਲ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਕੇਂਦਰੀ ਮੰਤਰੀ ਜਿਹੜਾ ਸਾਡਾ ਗ੍ਰਹਿ ਮੰਤਰੀ ਹੈ ਉਹਨੂੰ ਵੀ ਮਿਲੇ ਨੇ, ਉੱਥੇ ਵੀ ਚਰਚਾ ਹੋਈਆਂ ਨੇ, ਪਰ ਇਹ ਗੱਲ ਪ੍ਰੈਸ 'ਚ ਨਹੀਂ ਜਾਰੀ ਕੀਤੀ ਗਈ ਵੀ ਉਸ ਚਰਚਾ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਦੇ ਮਾਮਲੇ 'ਚ ਕੁਝ ਵਿਚਾਰ ਵਟਾਂਦਰੇ ਹੋਏ ਜਾਂ ਨਹੀਂ ਹੋਏ। ਅਗਰ ਵਿਚਾਰ ਵਟਾਂਦਰੇ ਜਿੱਤ ਵਾਲੇ ਪਾਸੇ ਵਾਧੇ ਤੇ ਜ਼ਰੂਰ ਵਿਚਾਰ ਵਟਾਂਦਰੇ ਹੁੰਦੇ, ਪਰ ਜਿੱਥੋਂ ਤੱਕ ਲੱਗਦਾ ਵੀ ਉੱਥੇ ਇਹ ਵਿਚਾਰ ਵਟਾਂਦਰਾ ਸਿਰਫ ਇਸ ਕਾਰਗੁਜ਼ਾਰੀ ਦਾ ਹੋਇਆ ਵੀ ਸਾਡੀ ਕਾਰਗੁਜ਼ਾਰੀ ਜਿਹੜੀ ਆ ਉਹ ਮਾੜੀ ਰਹੀ ਹੈ, ਇਹ ਕੋਈ ਸ਼ੱਕ ਨਹੀਂ ਜੀ। ਲੈ ਸਾਹਿਬ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਮੈਂ ਇੱਕ ਗੱਲ ਹੋਰ ਲੈ ਸਾਹਿਬ ਠੀਕ ਆ ਜੀ, ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਤੁਸੀਂ ਜਾਇਓ ਨਾ, ਸਾਡਾ ਐਗਜ਼ਿਟ ਪੋਲ ਹਜੇ ਬਾਕੀ ਹੈ ਔਰ ਪ੍ਰੋਗਰਾਮ ਸਾਡਾ ਇਸ ਤਰ੍ਹਾਂ ਚੱਲ ਜਾਊਗਾ। ਮਿਲਦੇ ਹਾਂ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਨੈਣੀ ਜਿਹਨੂੰ ਕਿ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਕਹਿੰਦੇ ਆ, ਇਹ ਪ੍ਰੋਗਰਾਮ 1 ਜਨਵਰੀ 2022 ਨੂੰ 2750 ਸੀਟਾਂ ਦੇ ਨਾਲ ਖੁੱਲ੍ਹ ਰਿਹਾ। ਇਹਦੇ ਵਿੱਚ ਜਿਹੜੀ ਐਜੂਕੇਸ਼ਨ ਹੈ 12+1 ਸਾਲ ਦੀ ਐਜੂਕੇਸ਼ਨ, ਜਾਂ ਕਿਸੇ ਨੇ BA ਕੀਤੀ ਹੈ, ਕਿਸੇ ਨੇ ਬੈਚਲਰਸ ਕੀਤੀ ਹੈ, ਕਿਸੇ ਨੇ ਮਾਸਟਰਸ ਕੀਤੀ ਹੈ, ਕਿਸੇ ਨੇ ਨਰਸਿੰਗ ਦੀ ਪੜ੍ਹਾਈ ਕੀਤੀ ਹੈ, B.Ed ਦੀ ਪੜ੍ਹਾਈ ਕੀਤੀ ਹੈ, ਇਹ ਸਾਰੇ ਲੋਕ ਇਹਦੇ ਵਿੱਚ ਕੁਆਲੀਫਾਈ ਕਰਨਗੇ। ਜੇ ਕਿਸੇ ਕੋਲ 5 ਬੈਂਡ IELTS ਦੇ ਵਿੱਚ, ਲਿਸਨਿੰਗ ਵਿੱਚ 5 ਬੈਂਡ, ਰੀਡਿੰਗ 'ਚ 4, ਸਪੀਕਿੰਗ ਤੇ ਰਾਈਟਿੰਗ ਵਿੱਚ 5-5 ਬੈਂਡ ਹੋਣ, ਜਾਂ ਸੈਲਫ ਹੈਲਪ ਟੈਸਟ ਦੇ ਵਿੱਚ 5 ਬੈਂਡ ਹੋਣ, ਪਲੱਸ ਇਹਨਾਂ ਦੀ ਡਾਕੂਮੈਂਟਸ ਦੀ ਇਵੈਲੂਏਸ਼ਨ ਹੋਏ, ਤਾਂ ਤੁਸੀਂ 1 ਜਨਵਰੀ 2022 ਨੂੰ ਤੁਸੀਂ ਆਪਣਾ ਕੇਸ ਲਗਾਉਣ ਵਾਸਤੇ ਤਿਆਰ ਹੋ। ਇਹਦੇ ਵਿੱਚ ਤੁਸੀਂ ਜੇ ਮੈਰਿਡ ਹੋ, ਤੁਸੀਂ ਹਸਬੈਂਡ ਵਾਈਫ ਬੱਚੇ ਸਮੇਤ ਕੈਨੇਡਾ ਇੱਕੋ ਵਾਰ ਤੁਹਾਡਾ ਕੇਸ ਲੱਗੇਗਾ। ਅਪਰੋਕਸੀਮੇਟਲੀ 1 ਈਅਰ ਦਾ ਟਾਈਮ ਹੈ ਜਿਹਦੇ ਵਿੱਚ ਤੁਸੀਂ ਕੈਨੇਡਾ ਪਹੁੰਚੋਗੇ। ਔਰ ਇਹਦੇ ਵਿੱਚ ਤੁਸੀਂ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ, ਜੇ ਤੁਸੀਂ ਬੱਚਿਆਂ ਵਾਲੀ ਫਾਈਲ ਲਗਾਓਗੇ ਜਿਹੜੀ ਕਿ 1 ਜਨਵਰੀ ਨੂੰ ਖੁੱਲ੍ਹ ਰਹੀ ਹੈ, ਉਹਦੇ ਵਿੱਚ ਤੁਸੀਂ ਸਾਰੀ ਪਰਿਵਾਰ ਸਮੇਤ 1 ਸਾਲ 'ਚ ਉੱਥੇ ਕੈਨੇਡਾ ਪਹੁੰਚ ਸਕਦੇ ਹੋ। 3 ਸਾਲ ਦਾ ਵਰਕ ਪਰਮਿਟ ਮਿਲੇਗਾ ਜਿਹਦੇ 'ਚ 2 ਸਾਲ ਤੁਸੀਂ ਨੌਕਰੀ ਕਰਨੀ ਹੈ। 2 ਸਾਲ ਨੌਕਰੀ ਕਰਨ ਤੋਂ ਬਾਅਦ ਜਿਹੜੇ ਪੇ ਸਟੈਪ ਤੁਹਾਡੇ ਹੋਣਗੇ ਉਹ ਕੈਨੇਡੀਅਨ ਗਵਰਨਮੈਂਟ ਨੂੰ ਦੇ ਕੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਸਾਰੀ ਫੈਮਿਲੀ ਦੀ ਲੈਣੀ ਹੈ। ਇਸ ਤੋਂ ਜ਼ਿਆਦਾ ਸੌਖਾ ਪ੍ਰੋਗਰਾਮ ਕੋਈ ਨਹੀਂ ਹੋ ਸਕਦਾ, ਕਿਉਂਕਿ ਇਹਦੇ ਵਿੱਚ PRS ਜਿਹਨੂੰ ਕਿ ਅਸੀਂ ਪੁਆਇੰਟ ਬੇਸ ਕਹੀਏ, ਐਕਸਪ੍ਰੈਸ ਐਂਟਰੀ, ਉਹਦੇ ਵਰਗਾ ਕੋਈ ਨੰਬਰਿੰਗ ਸਿਸਟਮ ਨਹੀਂ। ਕੋਈ ਤੁਸੀਂ 470 ਪੁਆਇੰਟ ਨਹੀਂ ਇਕੱਠੇ ਕਰਨੇ, ਕੋਈ 465 ਨਹੀਂ ਕਰਨੇ। ਸੋ ਇਹ ਬਹੁਤ ਹੀ ਅੱਛਾ ਚੰਗਾ ਪ੍ਰੋਗਰਾਮ ਹੈ ਜਿਹਦੇ ਵਿੱਚ ਪੜ੍ਹੇ ਲਿਖੇ ਕੁਆਲੀਫਾਈਡ ਲੋਕ ਵੀ ਇਹਦੇ ਵਿੱਚ ਅਪਲਾਈ ਕਰਕੇ ਕੈਨੇਡਾ ਜਾਣ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਨ ਜੀ।
ਜਿਹੜੇ ਸਟੂਡੈਂਟਸ ਕੈਨੇਡਾ ਸਟੱਡੀ ਬੇਸ ਤੇ ਗਏ ਹਨ, ਪਿਛਲੇ ਕਈ ਸਾਲਾਂ ਤੋਂ ਗਏ ਹੋਏ ਹਨ, ਪਰ ਇਹ ਹੈ ਕਿ ਜੇ ਕਿਸੇ ਨੇ ਕਾਲਜ ਬਦਲਣਾ ਹੈ, ਸਾਰੇ ਪਾਸੇ ਕਾਲਜਸ ਬੰਦ ਹੋ ਚੁੱਕੇ ਹਨ, ਪਰ ਇੱਕ ਕਾਲਜ ਮੇਰੇ ਕੋਲ ਟੋਰਾਂਟੋ ਦੇ ਕੋਈ 100 ਕਿਲੋਮੀਟਰ ਦੂਰੀ ਤੇ ਹੈ, ਜਿਹਦੇ ਵਿੱਚ ਜਿਹੜੇ ਉਹਦੇ ਪ੍ਰੋਗਰਾਮ ਤਾਂ ਉਹਦੇ ਵੀ ਸਾਰੇ ਬੰਦ ਆ, ਉਹਦੀ ਪ੍ਰੋਗਰਾਮ ਲਿਸਟਿੰਗ ਵੀ ਸਾਰਾ ਕੁਝ ਬੰਦ ਆ ਰਿਹਾ ਹੈ ਕਿ ਕੋਈ ਵੀ ਪ੍ਰੋਗਰਾਮ ਅਵੇਲੇਬਲ ਨਹੀਂ। ਫਿਰ ਵੀ ਜਿਹੜਾ ਔਨ ਸ਼ੋਰ ਅਸੀਂ ਕਹਿੰਦੇ ਜਿਹੜਾ ਸਟੂਡੈਂਟ ਆਲਰੇਡੀ ਕੈਨੇਡਾ ਦੇ ਵਿੱਚ ਹੈ, ਉਹਦੀ ਐਡਮਿਸ਼ਨ ਉਸ ਕਾਲਜ ਵਿੱਚ ਕਰਾ ਕੇ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ। ਇਹਦੇ ਨਾਲ ਜਿਹੜੇ ਸਟੂਡੈਂਟਸ ਆਲਰੇਡੀ ਪ੍ਰਾਈਵੇਟ ਕਾਲਜਸ ਵਿੱਚ ਪੜ੍ਹ ਰਹੇ ਹਨ, ਤੁਹਾਨੂੰ ਪਤਾ ਹੈ ਕਿ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲ ਸਕਦਾ, ਜਾਂ ਕੋਈ ਇਸ ਤਰ੍ਹਾਂ ਦੇ ਸਟੂਡੈਂਟਸ ਹਨ, ਕੋਈ ਕਿਊਬੈਕ ਵਿੱਚ ਪੜ੍ਹ ਰਿਹਾ, ਕੋਈ ਬਾਹਰਲੇ ਪ੍ਰੋਵਿੰਸਿਸ ਪੜ੍ਹ ਰਿਹਾ, ਬ੍ਰਿਟਿਸ਼ ਕੋਲੰਬੀਆ 'ਚ ਹੈ, ਉਹਦੇ ਪ੍ਰੋਗਰਾਮ ਨਹੀਂ ਕੰਪਲੀਟ ਹੋਏ, ਜਾਂ ਉਹ ਵਿੱਚੋਂ ਛੱਡ ਗਿਆ, ਜਾਂ ਉਹਦੇ ਬੈਕਲੌਗਸ ਬਹੁਤ ਹੋ ਗਏ, ਜਾਂ ਉਹਨੂੰ ਪ੍ਰੋਗਰਾਮ ਬਹੁਤ ਔਖਾ ਲੱਗ ਰਿਹਾ, ਐਸੇ ਸਾਰੇ ਸਟੂਡੈਂਟਸ ਦੀ ਐਡਮਿਸ਼ਨ ਮੈਂ 1-2 ਜਾਂ ਪੋਸਟ ਗ੍ਰੈਜੂਏਟ ਪ੍ਰੋਗਰਾਮ 1 ਸਾਲ ਦੇ ਜਾਂ 2 ਸਾਲ ਦੇ ਪੋਸਟ ਸੈਕੰਡਰੀ ਪ੍ਰੋਗਰਾਮ ਉਹਦੇ ਵਿੱਚ ਕਰਵਾ ਸਕਦਾ। ਇਹ ਸਿਰਫ ਤੁਸੀਂ ਐਪਲੀਕੇਸ਼ਨ ਫੀਸ ਦੇਣੀ ਹੈ, ਹੋਰ ਕੋਈ ਫੀਸ ਨਹੀਂ, ਕੋਈ ਪਹਿਲਾਂ ਬਿਫੋਰ ਵੀਜ਼ਾ ਜਾਂ ਆਫਟਰ ਵੀਜ਼ਾ ਕੋਈ ਫੀਸ ਨਹੀਂ। ਵੀਜ਼ਾ ਤੁਹਾਡੇ ਕੋਲ ਆਲਰੇਡੀ ਲੱਗਿਆ ਹੈ, ਮੈਂ ਤੁਹਾਡੇ ਕਾਲਜਸ ਦੀ ਅਦਲਾ ਬਦਲੀ ਕਰਾ ਸਕਦਾ। ਜਨਵਰੀ 2022 ਸੈਸ਼ਨ ਵਾਸਤੇ ਤੁਹਾਨੂੰ ਟੋਰਾਂਟੋ ਦੇ ਨੇੜੇ ਇੱਕ ਸਿਰਫ 100 ਕਿਲੋਮੀਟਰ ਦੂਰ ਦੇ ਉੱਤੇ ਕਮਿਊਨਿਟੀ ਕਾਲਜ ਹੈ, ਜਿੱਥੇ ਮੈਂ ਐਡਮਿਸ਼ਨ ਲੈ ਕੇ ਦੇ ਸਕਦਾ। ਹੋਰ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਹਰਮਨਜੋਤ ਸੋਢੀ ਨੂੰ ਹੇਠ ਲਿਖੇ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜੀ। ਇੱਕ ਤੋਂ ਬਾਅਦ ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਪੱਖ ਦੇ ਮਸਲੇ ਦੇ ਵਿੱਚ। ਅੱਜ ਅਸੀਂ ਐਗਜ਼ਿਟ ਪੋਲ ਦੀ ਗੱਲ ਕਰ ਰਹੇ ਹਾਂ, ਕਿਉਂਕਿ ਨਤੀਜੇ ਜਿਹੜੇ ਨੇ ਉਹ 10 ਮਾਰਚ ਨੂੰ ਆ ਰਹੇ ਨੇ। ਅੱਜ ਅਸੀਂ 8 ਮਾਰਚ ਨੂੰ ਪ੍ਰੋਗਰਾਮ ਬ੍ਰੌਡਕਾਸਟ ਕਰ ਰਹੇ ਨੇ ਕਿ 9 ਕੱਲ ਸੱਜਰੀ ਸਵੇਰ ਆਖਰੀ ਦਿਨ 9 ਤਰੀਕ ਦਾ, ਅੱਜ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਦਾ। ਔਰ ਕਿਹੜੀ ਸਰਕਾਰ ਬਣੂਗੀ, ਲਹਿਲ ਸਾਹਿਬ ਗੱਲ ਚੱਲ ਰਹੀ ਸੀ ਆਪਣੀ। ਸਵਾਲ ਇਹ ਹੈ ਜੀ, ਕੱਲ ਅਜੇ ਇੱਕ ਦਿਨ ਕੱਲ ਦਾ ਪਿਆ 9 ਤਰੀਕ, ਅਜੇ ਤਾਂ ਪਤਾ ਨਹੀਂ ਜਿਹੜੇ ਅੱਜ ਦੇ ਐਗਜ਼ੈਕਟ ਪੋਲ ਹੋਣਗੇ ਉਹ ਕਿਤੇ ਬਦਲਾਅ ਕਿੰਨਾ ਕੁ ਆਉਂਦਾ ਜੀ। ਸੋ ਕਿਉਂਕਿ ਇਹਨਾਂ ਚੈਨਲਾਂ ਵਾਲਿਆਂ ਨੇ ਲਗਾਤਾਰ ਆਪਣੀ ਇਹ ਲੋਕਾਂ ਦਾ ਧਿਆਨ ਜਿਹੜਾ ਉਹ ਆਪਣੇ ਵੱਲ ਜ਼ਰੂਰ ਖਿੱਚਣਾ। ਸੋ ਹੋ ਸਕਦਾ ਵੀ ਅੱਜ 9 ਤਰੀਕ ਵਾਲਾ ਜਿਹੜਾ, ਜੋ ਕੱਲ ਦਾ 9 ਤਰੀਕ, ਅੱਜ ਤਾਂ 8 ਤਰੀਕ ਹੈ, ਕੱਲ ਨੂੰ 9 ਤਰੀਕ ਨੂੰ ਇਹੀ ਜਿਹੜੇ ਨਤੀਜੇ ਨੇ ਜਾਂ ਇਹਨਾਂ ਦੇ ਐਗਜ਼ੈਕਟ ਪੋਲ ਉਹਨਾਂ 'ਚ ਕੁੱਤੇ ਦੀ ਬੋਟੀ ਚੇਂਜਿੰਗ ਆ ਜੇ। ਸੋ ਕਹਿਣ ਦਾ ਭਾਵ ਇਹ ਹੈ ਵੀ ਹਮੇਸ਼ਾ ਹੀ ਜਿਹੜੇ ਨੇ ਐਗਜ਼ੈਕਟ ਪੋਲ ਉਹ ਕੋਈ ਸੱਚੇ ਸਾਬਤ ਨਹੀਂ ਹੁੰਦੇ। ਉਹ ਵੱਖਰੀ ਗੱਲ ਹੈ ਕਿ ਆਪਣੀ TRP ਵਧਾਉਣ ਵਾਸਤੇ ਸਾਡੇ ਚੈਨਲ ਜਿਹੜੇ ਨੇ ਇਸ ਢੰਗ ਦੇ ਜਿਹੜੇ ਉਹ ਐਗਜ਼ੈਕਟ ਪੋਲ ਜਿਹੜੇ ਨੇ ਆਪਣੇ ਆਪ ਨੂੰ ਸਾਡੇ TV ਵਾਲੇ ਚੈਨਲ ਵਾਲੇ ਆਪਣਾ ਧਿਆਨ ਸਾਡਾ ਜਿਹੜਾ ਉਹ ਸਾਡਾ ਧਿਆਨ ਖਿੱਚਣ ਵਾਸਤੇ ਆਪਣੇ ਨਾਲ ਲਾ ਲੈਂਦੇ ਨੇ। ਸੋ ਅਜੇ ਜਿਹੜੇ ਹਾਲਾਤ ਨੇ ਉਹ ਬੜੇ ਮਤਲਬ ਕ੍ਰਿਟੀਕਲ ਨੇ। ਅਜੇ ਵੀ ਕਿਸੇ ਨੂੰ ਜਾ ਕੇ ਤੁਸੀਂ ਗਿੱਲ ਸਾਹਿਬ ਕਿਤੇ ਆਮ ਮਤਲਬ ਬਾਜ਼ਾਰ 'ਚ ਜਾਂ ਥਾਂ 'ਤੇ ਕਿਤੇ ਜਾ ਕੇ ਕਿਸੇ ਵੋਟਰ ਨੂੰ ਪੁੱਛੋ ਵੀ ਯਾਰ ਤੇਰਾ ਕੀ ਵਿਚਾਰ ਹੈ, ਤੇ ਉਹ ਕਦੇ ਵੀ ਆਪਣੇ ਦਿਲ ਦੀ ਗੱਲ ਨਹੀਂ ਦੱਸੇਗਾ ਕਿ ਮੈਂ ਕਿਹਨੂੰ ਵੋਟ ਪਾਈ ਆ। ਉਹ ਆਮ ਕਹਿ ਦੇਗਾ ਯਾਰ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਆਉਣੀ ਆ, ਉਹ ਇੰਨੀ ਗੱਲ ਤੇ ਸੰਭਾਵਨਾ ਕਹਿ ਦਿੰਦੇ ਨੇ, ਪਰ ਸੱਚ ਕੀ ਹੈ ਉਹ ਸੱਚ ਜਿਹੜੀ ਆ ਉਹ ਆਪਣਾ ਕਦੇ ਪ੍ਰਗਟ ਨਹੀਂ ਕਰਦੇ। ਕਿਉਂਕਿ ਜਦੋਂ ਤੱਕ ਆਮ ਵੇਖਦੇ ਆ ਨਾ, ਹਾਲਾਤ ਵੇਖਦੇ ਆ, ਤੇ ਉਸ ਵੇਲੇ ਵੀ ਆਮ ਆਦਮੀ ਪਾਰਟੀ ਦਾ ਜਿੱਥੇ ਬਹੁਤ ਵੱਡੇ ਢੰਗ ਨਾਲ ਵਿਰੋਧ ਹੋਇਆ, ਜੇ ਕਾਂਗਰਸ ਦਾ ਵਿਰੋਧ ਹੋਇਆ, ਤੇ ਇੱਕੋ ਇੱਕ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ, ਜਿੱਥੇ ਉਹਨਾਂ ਦੇ ਕੈਂਡੀਡੇਟ ਵੱਲੋਂ ਕਿਤੇ ਵਿਰੋਧ ਨਹੀਂ ਹੋਇਆ, ਕਿਤੇ ਕਿਸੇ ਕਿਸਮ ਦਾ ਇਦਾਂ ਦਾ ਵਾਦ ਵਿਵਾਦ ਨਹੀਂ ਸਟਾਰਟ ਹੋਇਆ। ਸੋ ਹਾਲਾਤ ਬਦਲਦਿਆਂ ਪਤਾ ਨਹੀਂ ਹੁੰਦਾ, ਕਿਉਂਕਿ ਸਾਰੀ ਜਿਹੜੀ ਸਾਡੀ ਵੋਟਿੰਗ ਹੈ ਉਹ ਸਾਡੀਆਂ ਮਸ਼ੀਨਾਂ 'ਚ ਬੰਦ ਹੈ, EVM ਮਸ਼ੀਨਾਂ 'ਚ ਬੰਦ ਹੈ, ਤੇ EVM ਮਸ਼ੀਨਾਂ 'ਚ ਬੰਦ ਹੋਈ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅੰਦਾਜ਼ਾ ਸਿਰਫ ਆਪਾਂ ਇੱਕ ਆਮ ਤੌਰ ਤੇ ਜਿਵੇਂ ਜੋਤਸ਼ੀ ਉਹ ਆਪਣੇ ਹੱਥ ਵੇਖ ਕੇ ਕਹਿ ਦਿੰਦਾ ਯਾਰ ਤੂੰ ਤੇਰੇ ਤੇ ਨਾ ਇੱਕ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਹੈ, ਜਾਂ ਕਹਿ ਦੂਗਾ ਇਹ ਪਹਿਲੇ ਨਾ ਕਿਤੇ ਤੈਨੂੰ ਬੁਖਾਰ ਚੜਿਆ ਹੋਣਾ। ਉਹ ਯਾਰ ਜ਼ਿੰਦਗੀ ਜਿਹੜਾ ਬੰਦਾ ਜੰਮਿਆ ਉਹਨੂੰ ਬੁਖਾਰ ਤਾਂ ਹੋਏਗਾ। ਆਉਣ ਵਾਲੇ ਸਮੇਂ 'ਚ ਹਮੇਸ਼ਾ ਹੀ ਕਈ ਘਟਨਾਵਾਂ ਘਟਣੀਆਂ ਨੇ। ਉਹ ਜੇ ਘਟਨਾ ਘਟ ਗਈ ਸੱਚੀ ਹੋ ਗਈ, ਜੇ ਘਟਨਾ ਨਹੀਂ ਘਟੀ ਤੇ ਝੂਠੀ ਹੋ ਗਈ। ਫਿਰ ਤੁਸੀਂ ਕਿਹੜਾ ਉਹ ਪੰਡਤ ਦੇ ਜਾ ਕੇ ਜਿਹੜੇ ਗੱਲ ਪੈ ਜਾਓਗੇ। ਸੋ ਕਹਿਣ ਦਾ ਭਾਵ ਇਹਨਾਂ ਨੇ ਆਪਣਾ ਧਿਆਨ ਖਿੱਚਣ ਵਾਸਤੇ ਇਹ ਜਿਹੜੀ ਐਗਜ਼ੈਕਟ ਪੋਲ ਹੈ ਨਾ, ਉਹ ਇਹਦਾ ਇੱਕ ਸਹਾਰਾ ਜਿਹਾ ਬਣਾਇਆ ਹੋਇਆ ਵੀ ਲੋਕਾਂ ਦਾ ਧਿਆਨ ਖਿੱਚਿਆ ਜਾਵੇ, ਲੋਕਾਂ ਨੂੰ ਐਕਟਿਵ ਕੀਤਾ ਜਾਵੇ। ਔਰ ਉਹਨਾਂ ਘਰਾਂ 'ਚ ਜਿਨ੍ਹਾਂ ਘਰਾਂ 'ਚ ਅੱਜ ਖੁਸ਼ੀਆਂ ਦੇ ਖੇੜੇ ਬਣੇ ਸੀ, ਅੱਜ ਉਹ ਚਿੰਤਾ 'ਚ ਡੁੱਬੇ ਹੋਏ ਨੇ। ਜਦੋਂ ਕੱਲ ਆਮ ਆਦਮੀ ਪਾਰਟੀ ਦੀ ਗੱਲ ਕਹਿਤੀ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ 51 ਤੋਂ 61 ਸੀਟਾਂ ਲਏਗੀ, ਕਿਸੇ ਨੇ ਕਿਹਾ 90 ਲਏਗੀ, ਕਿਸੇ ਨੇ ਕਿਹਾ 80 ਲਏਗੀ, ਇੱਕ ਨੇ ਤਾਂ ਐਡਾ ਵੱਡਾ ਝੂਠ ਮਾਰਤਾ ਉਹ 100 ਤੋਂ ਵੀ ਤੱਟ ਪਾ ਗਿਆ ਉਹਨਾਂ ਨੂੰ। ਸੋ ਮੇਰਾ ਕਹਿਣ ਦਾ ਭਾਵ ਐਡੀ ਉਹਨੇ ਮੈਨੂੰ ਐ ਲੱਗਦਾ ਵੀ ਉਹਨੇ ਜ਼ਰੂਰ ਰਾਤ ਨੂੰ ਸੁਪਨਾ ਲਿਆ ਹੋਣਾ ਹੈ ਜਿਹੜਾ 100 ਸੀਟਾਂ। ਬਿਲਕੁਲ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਹੈ। ਜਗ ਦੀਆਂ ਅੱਖਾਂ ਦੇ ਸੁਪਨੇ ਲਓ, ਬੰਦ ਅੱਖਾਂ ਦੇ ਸੁਪਨੇ ਨਾ ਲਓ, ਕਿਉਂਕਿ ਇਹ ਸੁਪਨਾ ਕਿਤੇ ਟੁੱਟ ਗਿਆ ਤੇ ਕੰਮ ਖਰਾਬ ਹੋ ਜਾਏਗਾ। ਸੋ ਜਿੰਨੀ ਤੁਹਾਡੀ ਕਾਰਗੁਜ਼ਾਰੀ ਹੈ, ਜੋ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਕਾਰਗੁਜ਼ਾਰੀ, ਜੇ ਆਮ ਆਦਮੀ ਪਾਰਟੀ ਨੇ ਪਿੱਛੇ ਕੋਈ ਕਾਰਗੁਜ਼ਾਰੀ ਇੱਕ ਵਿਰੋਧੀ ਧਿਰ ਹੋਣ ਦੇ ਨਾਤੇ ਕੀਤੀ ਹੋਏਗੀ ਤੇ ਲਾਜ਼ਮੀ ਗੱਲ ਹੈ ਵੀ ਲੋਕ ਇਹਨੂੰ ਚੁਣਨਗੇ। ਜੇ ਕਾਂਗਰਸ ਨੇ ਆਪਣੀ ਕੋਈ 5 ਸਾਲਾਂ 'ਚ
ਕਾਰਗੁਜ਼ਾਰੀ ਕੀਤੀ ਹੋਊਗੀ, ਕੋਈ ਵਿਕਾਸ ਕੀਤਾ ਹੋਊਗਾ ਤਾਂ ਲੋਕੀ ਉਹਨੂੰ ਚੁਣਨਗੇ। ਜੇ ਅਕਾਲੀ ਦਲ ਨੇ ਆਪਣੇ ਪਿਛਲੇ 10 ਸਾਲਾਂ 'ਚ ਕੋਈ ਇਦਾਂ ਦੇ ਕਾਰਜ ਕੀਤੇ ਨੇ ਜਿਨ੍ਹਾਂ ਕਾਰਜਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਲੋਕਾਂ ਨੂੰ ਇਹ ਵੀ ਯਾਦ ਆ ਵੀ ਅਜੇ ਤੱਕ ਵੀ ਅਕਾਲੀ ਦਲ ਦੇ ਇਹ ਕੰਪਨੀ ਕਹਿੰਦੇ ਸੀ ਵੀ ਜਿਹੜੀ ਆ ਉਹ ਬਾਦਲ ਦੀ ਕੰਪਨੀ ਹੈ। ਸੋ ਇਸ ਢੰਗ ਦਾ ਇਹ ਵੀ ਲੋਕਾਂ ਨੂੰ ਯਾਦ ਹੈ ਵੀ ਗੁਰਦੁਆਰਾ ਗੁਰੂ ਘਰ ਦੇ ਜਿਹੜੀ ਆ ਉਹ ਬੇਅਦਬੀ ਹੋਈ, ਉਹ ਵੀ ਲੋਕਾਂ ਦੇ ਜੇਨ 'ਚ ਸੀ। ਸੋ ਇਹ ਸਾਰੀਆਂ ਗੱਲਾਂ ਨੂੰ ਲੋਕਾਂ ਨੇ ਆਪਣੇ ਮਨ 'ਚ ਵਸਾ ਕੇ ਹੀ ਇੱਕ ਧਿਰ ਨੂੰ ਜਿਹੜਾ ਚੁਣਨਾ ਹੈ। ਸੋ ਕਹਿਣ ਦਾ ਭਾਵ ਅਸੀਂ ਤੇ ਚਾਹੁੰਦੇ ਹਾਂ ਵੀ ਇੱਕ ਧਿਰ ਨੂੰ ਹੀ ਬਹੁਤ ਸੰਮਤੀ ਮਿਲੇ ਤਾਂ ਕਿ ਸਰਕਾਰ ਚੱਲਦੀ ਬਣੇ, ਕਿਉਂਕਿ ਤਾਂ ਹੀ ਸਰਕਾਰ ਚਲਾਈ ਜਾ ਸਕਦੀ ਹੈ। ਜੇ ਇੱਕ ਇੰਜਣ ਹੋਏਗਾ, ਜੇ ਡਬਲ ਇੰਜਣ ਹੁੰਦਾ ਤਾਂ 2 ਇੰਜਣ ਕਿਸੇ ਪਾਸੇ ਨੂੰ ਖਿੱਚਣਗੇ, ਇੱਕ ਇੰਜਣ ਕਿਸੇ ਨੂੰ ਪਾਸੇ ਖਿੱਚੇਗਾ, ਕਿਉਂਕਿ ਹਮੇਸ਼ਾ ਹੀ ਜਿਹੜੀ ਵਿਰੋਧੀ ਧਿਰ ਮਜ਼ਬੂਤ ਤੇ ਚਾਹੀਦੀ ਹੈ, ਪਰ ਸਰਕਾਰ ਜਿਹੜੀ ਆ ਉਹ ਇੱਕ ਧਿਰ ਦੀ ਚਾਹੀਦੀ ਹੈ। ਕਦੇ ਵੀ ਜਿਹੜੀਆਂ ਮਿਕਸ ਸਰਕਾਰਾਂ ਜਿਹੜੀਆਂ ਨੇ, ਹੰਗ ਜਿਹੜੀ ਆ ਅਸੈਂਬਲੀ ਹੈ, ਉਹ ਕਦੇ ਵੀ ਕੋਈ ਕਾਰਜ ਨਹੀਂ ਕਰ ਪਾ ਰਹੀ। ਦੇਖੋ ਲੈਲ ਸਾਹਿਬ, ਸੋ ਇਸ ਕਰਕੇ ਸਾਡੀ ਇਹ ਤਮੰਨਾ ਹੈ ਵੀ ਜਿਹੜੇ ਐਗਜ਼ੈਕਟ ਪੋਲ ਨੇ, ਐਗਜ਼ੈਕਟ ਪੋਲ ਸਹੀ ਢੰਗ ਦੇ ਨਾਲ ਤਸਵੀਰ ਪੇਸ਼ ਕਰਨ। ਸੋ ਘਾਟਾ ਵਾਧਾ ਥੋੜਾ ਬਹੁਤਾ ਹੋ ਜਾਂਦਾ, ਪਰ ਐਡਾ ਵੀ ਵੱਡਾ ਝੂਠ ਨਹੀਂ ਚੱਲਦਾ ਵੀ 100 ਸੀਟਾਂ ਜਿਹੜੀਆਂ ਨੇ ਜਾਂ 112 ਸੀਟਾਂ ਪਹਿਲਾਂ ਕਹਿੰਦੇ ਸੀ ਪਿਛਲੇ ਸਾਲ, ਤੇ ਉਹ 20 ਤੇ ਆਣ ਕੇ ਜਿਹੜੀਆਂ ਉਹ ਸੈੱਟ ਹੋਇਆ। ਸੋ ਇਸ ਕਰਕੇ ਹਰ ਪਾਰਟੀ ਨੂੰ ਉਹਦੇ ਧਰਤੀ ਨਾਲ, ਜ਼ਮੀਨੀ ਪੱਧਰ ਨਾਲ ਮੁੱਖ ਰੱਖ ਕੇ ਜਿਹੜੀਆਂ ਉਹ ਤੁਸੀਂ ਐਨਾਲਿਸਿਸ ਜਿਹੜਾ ਕਰੋ, ਉਹਦੇ ਲਈ ਐਗਜ਼ੈਕਟ ਪੋਲ ਦੀ ਉਸ ਢੰਗ ਨਾਲ ਗਿਣਤੀ ਜਿਹੜੀ ਆ ਪੇਸ਼ ਕਰਨੀ ਬਣਦੀ ਹੈ। ਜੀ ਲੈਲ ਸਾਹਿਬ, ਇੱਕ ਹੋਰ ਗੱਲ ਹੈ ਜੀ। ਦੇਖੋ ਇਹ ਤਾਂ ਗੱਲ ਕਲੀਅਰ ਹੈ ਕਿ ਜਿਸ ਤਰੀਕੇ ਦੇ ਨਾਲ ਸਾਹਮਣੇ ਆ ਰਹੇ ਨੇ ਵਿਚਾਰ, ਸਾਹਮਣੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੀਆਂ ਸੀਟਾਂ ਘੱਟ ਲੈ ਕੇ ਜਾਂਦੀ ਹੈ ਤਾਂ ਕਾਂਗਰਸ ਦਾ ਸਹਾਰਾ ਲਊਗੀ ਜੀ। ਉਧਰੋਂ ਅਕਾਲੀ ਦਲ ਵਾਲੇ, ਭਾਜਪਾ, ਬਸਪਾ, ਜਿੰਨੇ ਵੀ ਉਹ ਲੁਕੜ ਦੁਕੜ ਹੈਗੇ ਨੇ, ਜਿਨ੍ਹਾਂ ਨੂੰ ਗਾਲਾਂ ਕੱਢਦੇ, ਸਾਰੇ ਉਹ ਜੁੜਨ ਨੂੰ ਤਿਆਰ ਬੈਠੇ ਨੇ ਜੀ। ਚੰਨੀ 1 ਮਹੀਨਾ ਪਹਿਲਾਂ ਭਗਵੰਤ ਮਾਨ ਨੂੰ ਅਨਪੜ੍ਹ ਕਹਿੰਦਾ ਸੀ, ਉਹਦਾ ਕਹਿੰਦਾ 12ਵੀਂ ਚੋਂ ਕਹਿੰਦਾ 2 ਵਾਰੀ ਫੇਲ ਹੋ ਗਿਆ, 10ਵੀਂ ਚੋਂ ਫੇਲ ਹੋ ਗਿਆ, 10ਵੀਂ ਟੱਪਿਆ, ਤੇ ਉਹ ਮੁੱਖ ਮੰਤਰੀ ਕਿਵੇਂ ਬਣ ਸਕਦਾ। ਹੁਣ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਵੀ ਜੇ ਗੱਲ 'ਚ ਕਿਤੇ ਚੰਨੀ ਦੇ ਹੱਡੀ ਫਸ ਗਈ ਜੀ, ਸੀਟਾਂ ਆਪ ਵਾਲੇ ਵੱਧ ਲੈ ਗਏ ਤੇ ਮੁੱਖ ਮੰਤਰੀ ਚੰਨੀ ਉਹ ਨਹੀਂ ਬਣਿਆ, ਭਗਵੰਤ ਮਾਨ ਬਣ ਗਿਆ, ਤਾਂ ਮੇਰੇ ਹਿਸਾਬ ਦੇ ਨਾਲ ਇੱਕ PhD ਬੰਦੇ ਨੂੰ 12ਵੀਂ ਫੇਲ ਦੇ ਥੱਲੇ ਕੰਮ ਕਰਨਾ ਬੜਾ ਔਖਾ ਲੱਗਣਾ। ਇਹ ਫਿਰ ਉਸ ਤੋਂ ਬਾਅਦ ਕੀ ਹੋਣਾ ਲੈਲ ਸਾਹਿਬ ਜੀ? ਇਹੀ ਚੰਨੀ ਕਹੂਗਾ ਭਗਵੰਤ ਮਾਨ ਦਾ ਬੰਦਾ ਹੀ ਬਹੁਤ ਵਧੀਆ, ਸਾਡਾ ਤਾਂ ਮੁੱਖ ਮੰਤਰੀ ਬਹੁਤ ਵਧੀਆ। ਕਾਰਨ ਕੀ ਹੈ ਲੈਲ ਸਾਹਿਬ ਜੀ? 5 ਸਾਲ ਇੱਕੋ ਖਤਰਾ ਲੱਗਿਆ ਰਹਿਣਾ, ਸਰਕਾਰ ਹੁਣ ਡਿੱਗੀ ਤੇ ਹੁਣ ਡਿੱਗੀ। ਕਾਰਨ ਕੀ ਹੈ? ਕਾਂਗਰਸ ਨੇ ਕਰਨੀਆਂ ਮਨਮਾਣੀ, ਕਾਂਗਰਸ ਨੇ ਕਰਨੀਆਂ ਬੇਈਮਾਨੀਆਂ, ਆਪ ਵਾਲੇ ਵੀ ਘੱਟ ਨਹੀਂ ਹੈਗੇ। ਉਹਨੇ ਕਹਿਣਾ ਆਹ ਕਰਨਾ, ਉਹਨੇ ਕਹਿਣਾ ਆਹ ਨਹੀਂ ਕਰਨਾ, ਅਸੀਂ ਸਰਕਾਰ ਸਿੱਟਣ ਲੱਗੇ, ਸਮਰਥਨ ਵਾਪਸ ਲੈਣ ਲੱਗੇ, ਸਮਰਥਨ ਦੂਜੇ ਪਾਸੇ ਦੇਣ ਲੱਗੇ। ਕਹਿਣ ਦਾ ਮਤਲਬ ਮੇਰਾ ਇਹ ਹੈ ਜੀ, ਥੋੜੀ ਉਹ ਗੱਲ ਆ ਗਈ ਵੀ ਜੇ ਸਰਕਾਰ ਆਵੇ ਤਾਂ ਮੈਜੋਰਟੀ ਦੀ ਆਵੇ, ਦੂਜੀ ਨਾ ਆਵੇ ਵੀ ਕਦੇ ਉਹ। ਲੇਕਿਨ ਐਗਜ਼ਿਟ ਪੋਲ ਤੇ ਸਾਫ਼ ਨਜ਼ਰ ਅਸੀਂ ਤੁਹਾਨੂੰ ਫੇਰ ਇੱਕ ਵਾਰੀ ਦਿਖਾਉਣ ਜਾ ਰਹੇ ਹਾਂ ਕਿ ਆਮ ਆਦਮੀ ਪਾਰਟੀ 40 ਤੋਂ 45 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਗ੍ਰੈਬ ਕਰ ਸਕਦੀ ਹੈ। ਅਕਾਲੀ ਦਲ 25 ਤੋਂ 30 ਜਾ ਸਕਦਾ ਹੈ, 30 ਤੋਂ 35, ਔਰ ਕਾਂਗਰਸ 20 ਤੋਂ 25, ਔਰ BJP ਜਿਹੜੀ ਹੈ ਉਹ 1 ਤੋਂ ਲੈ ਕੇ 4, 5 ਤੱਕ ਸੀਟਾਂ ਲੈ ਕੇ ਜਾ ਸਕਦੀ ਹੈ। ਆਦਰਸ ਜਿਹੜੇ ਨੇ ਉਹ 1, 2 ਤੇ ਸਿਮਟ ਸਕਦੇ। ਮਾਨਸਾ ਜੁੜਨ ਲੱਗੇ ਆ ਜਿੱਥੇ ਕਾਂਗਰਸ ਪਾਰਟੀ ਦਾ ਸਿੱਧੂ ਮੂਸੇਵਾਲਾ ਜਿਹੜਾ ਕਿ ਸੁਪਰਸਟਾਰ ਹੈ, ਉਹ ਉੱਥੇ ਚੋਣ ਮੈਦਾਨ ਵਿੱਚ ਹੈ। ਗੱਲ ਕਰਦੇ ਆ ਸਾਡੇ ਪੱਤਰਕਾਰ ਨੇ ਮਾਨਸਾ ਤੋਂ ਰਜੀਵ ਆਜ਼ਾਦ ਜੀ, ਜਿਹੜੇ ਕਿ ਹਮੇਸ਼ਾ ਸੀਨੀਅਰ ਪੱਤਰਕਾਰ ਨੇ, ਗੱਲਬਾਤ ਕਰਦੇ ਆ ਕਿ ਮਾਨਸਾ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਜਿਹੜਾ ਹੈ 10 ਤਰੀਕ ਤੋਂ ਪਹਿਲਾਂ ਦਾ। ਸੋ ਸਾਡੇ ਨਾਲ ਅਸੀਂ ਮਾਨਸਾ ਗਰਾਊਂਡ ਲੈਵਲ ਤੇ ਜੁੜ ਚੁੱਕੇ ਹਾਂ। ਸਾਡੇ ਸੀਨੀਅਰ ਪੱਤਰਕਾਰ ਰਜੀਵ ਜੀ ਜਿਹੜੇ ਹੈਗੇ ਨੇ ਉੱਥੇ ਦਿਨ ਰਾਤ ਮਿਹਨਤ ਕਰ ਰਹੇ ਨੇ ਜਦੋਂ ਦੀਆਂ ਵੋਟਾਂ ਪੈਣ ਲੱਗੀਆਂ, ਜਦੋਂ ਦਾ ਪ੍ਰਚਾਰ ਸ਼ੁਰੂ ਹੈ। ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਾਈਵ ਸ਼ੋਅ ਦੇ ਵਿੱਚ। ਅੱਛਾ ਮੈਨੂੰ ਇੱਕ ਗੱਲ ਦੱਸੋ, ਹੁਣ ਰਿਜ਼ਲਟ ਬਿਲਕੁਲ ਆਉਣ ਵਾਲੇ ਨੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕਿੱਦਾਂ ਦੀ ਹਿਲਜੁਲ ਮੱਚੀ ਹੋਈ ਹੈ ਇੱਥੇ ਮਾਨਸਾ ਹਲਕੇ ਵਿੱਚ? ਸਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ, ਮਾਨਸਾ ਹਲਕੇ ਦੀ ਜਦੋਂ ਸਿੱਧੂ ਮੂਸੇਵਾਲਾ ਖੜਾ ਹੋਇਆ ਤਾਂ ਹੌਟ ਸੀਟ ਬਣ ਚੁੱਕੀ ਹੈ। ਉਸ ਟਾਈਮ ਸਭ ਦੀ ਨਿਗਾਹ ਇੱਧਰ ਹੀ ਹੈਗੀ, ਮਾਨਸਾ ਦੇ ਉੱਪਰ ਲੱਗੀ ਹੋਈ ਹੈਗੀ। ਜੇ ਦੇਖੀਏ ਆਮ ਆਦਮੀ ਪਾਰਟੀ ਦੀ ਇੱਕ ਲਹਿਰ ਸੀਗੀ ਮਾਨਸਾ ਦੇ ਵਿੱਚ ਵੀ, ਪਰ ਕਿਤੇ ਨਾ ਕਿਤੇ ਸਿੱਧੂ ਨੇ ਉਹਨੂੰ ਵੀ ਇਫੈਕਟ ਕੀਤਾਗਾ। ਉੱਥੋਂ ਜਦੋਂ ਦੇਖਦੇ ਆ ਕੈਂਡੀਡੇਟਾਂ ਨਾਲ ਗੱਲ ਕਰਦੇ ਆ ਤਾਂ ਕੈਂਡੀਡੇਟ ਤਿੰਨੇ ਹੀ ਕਹਿੰਦੇ ਅਸੀਂ ਜਿੱਤਾਂਗੇ, ਪਰ ਲੱਗਦਾ ਜਿੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਹ ਸੀਟ ਵਿਜੇ ਸਿੰਗਲਾ ਜੀ ਲੈ ਜਾਣਗੇ ਮਾਨਸਾ ਤੋਂ। ਮਤਲਬ ਆਮ ਆਦਮੀ ਪਾਰਟੀ ਜਿੱਤ ਰਹੀ ਹੈ? ਬਿਲਕੁਲ ਸਰ, ਬਿਲਕੁਲ।
ਉਹੀ ਹੁੰਦਾ ਗਾ 19-21 ਦਾ ਫਰਕ ਹੋ ਸਕਦਾ ਵੀ ਸਿੱਧੂ ਮੂਸੇਵਾਲਾ ਬਾਜੀ ਮਾਰ ਜੇ, ਪਰ ਲੱਗਦਾ ਨਹੀਂ ਹੈਗਾ। ਜਿਸ ਤਰ੍ਹਾਂ ਦੇ ਲੋਕਾਂ ਨਾਲ ਗੱਲਾਂ ਕਰਦੇ ਆ, ਉਹਨਾਂ ਤੋਂ ਪੁੱਛਦੇ ਆਂਗੇ ਤਾਂ ਆਮ ਆਦਮੀ ਪਾਰਟੀ ਕਾਫੀ ਲੀਡ ਨਾਲ ਜਿੱਤ ਰਹੀ ਹੈ ਸਰ। ਮਤਲਬ ਬਾਜੀ ਮਾਰ ਗਿਆ ਆਪ ਵਾਲਾ ਬਾਈ ਹੈ, ਬਾਕੀ ਰਹਿ ਗਏ ਹੱਥ ਮਲਦੇ। ਹਾਂਜੀ ਬਿਲਕੁਲ ਸਰ, ਬਿਲਕੁਲ ਬਿਲਕੁਲ। ਅੱਛਾ ਮੈਨੂੰ ਗੱਲ ਦੱਸੋ, ਜਦੋਂ ਦੀਆਂ ਵੋਟਾਂ ਪਈਆਂ ਨੇ ਸਿੱਧੂ ਮੂਸੇਵਾਲਾ ਕਦੇ ਮਿਲਿਆ ਲੋਕਾਂ ਨੂੰ ਆ ਕੇ ਬਾਅਦ ਦੇ ਵਿੱਚ? ਸਰ 1-2 ਦਿਨ ਬਸ ਬਾਜ਼ਾਰ ਦੇ ਵਿੱਚ ਪਹੁੰਚਿਆ ਗਿਆ, ਪਰ ਉਸ ਤੋਂ ਬਾਅਦ ਉਹ ਨਦਾਰਦ ਰਿਹਾ ਮਾਨਸਾ ਦੇ ਵਿੱਚੋਂ। ਮਤਲਬ ਫਰਾਰ ਹੀ ਹੋ ਗਏ ਉਹ? ਹਾਂਜੀ 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 ਸਰ। ਅੱਛਾ ਤੁਸੀਂ ਲੋਕਾਂ ਨਾਲ ਜਦੋਂ ਗੱਲ ਕੀ ਕਰਦੇ ਹੋ, ਤੁਸੀਂ ਆਮ ਇੱਕ ਮੋਚੀ ਤੋਂ ਲੈ ਕੇ ਗਰਾਊਂਡ ਲੈਵਲ ਤੋਂ ਲਾ ਕੇ ਹਾਈ ਪ੍ਰੋਫਾਈਲ ਦੇ ਬੰਦੇ ਨਾਲ ਤੁਸੀਂ ਗੱਲ ਕਰਦੇ ਹੋ, ਤੇ ਜਦ ਮੈਨੂੰ ਪਤਾ ਹੁੰਦਾ ਵੀ ਜਦੋਂ ਕੋਈ ਬੰਦਾ ਵੋਟ ਪਾ ਕੇ ਆਉਂਦਾ ਕੌਨਫੀਡੈਂਟ ਉਹ ਦੱਸਦਾ ਕਿ ਮੈਂ ਫਲਾਨੀ ਪਾਰਟੀ ਆਊਗੀ, ਲੋਕ ਕੀ ਕਹਿੰਦੇ ਨੇ? ਲੋਕਾਂ ਦਾ ਜਿਹੜਾ ਮੰਨਣਾ ਤੇ ਕਹਿਣਾ ਹੈਗਾ ਵੀ ਆਮ ਆਦਮੀ ਪਾਰਟੀ ਹੀ ਮਾਨਸਾ ਤੋਂ ਜੇਤੂ ਰਹੂਗੀ ਤੇ 20,000 ਦੀ ਲੀਡ ਨਾਲ ਘੱਟੋ ਘੱਟ ਜੇਤੂ ਰਹੂਗੀ। ਜਿਹਨੂੰ ਪੁੱਛਦੇ ਆ ਉਹਨੇ ਵੋਟ ਝਾੜੂ ਨੂੰ ਹੀ ਪਾਈ ਹੁੰਦੀ ਹੈ। ਕੋਈ ਵਿੱਚੋਂ ਪੱਕਾ ਜਾਂ ਟਕਸਾਲੀ ਕਾਂਗਰਸੀ ਹੁੰਦਾ ਜਿਹੜਾ ਕਹਿੰਦਾ ਮੈਂ ਵੋਟ ਸਿੱਧੂ ਮੂਸੇਵਾਲੇ ਨੂੰ ਪਾਈ ਹੈ, ਜਾਂ ਟਕਸਾਲੀ ਕੋਈ ਅਕਾਲੀ ਹੁੰਦਾ ਗਾ ਜਿਹੜਾ ਕਹਿੰਦਾ ਮੈਂ ਵੋਟ ਪ੍ਰੇਮ ਅਰੋੜੇ ਨੂੰ ਪਾਈ ਹੈ। ਪਰ ਜ਼ਿਆਦਾਤਰ ਆਮ ਬੰਦੇ ਅਤੇ ਉੱਚੇ ਬੰਦੇ ਆਮ ਆਦਮੀ ਪਾਰਟੀ ਨੂੰ ਹੀ ਰੁਝਾਨ ਦੇ ਰਹੇ ਨੇ। ਅੱਛਾ ਰਾਜੀਵ ਜੀ, ਇੱਕ ਮੇਰਾ ਆਖਰੀ ਸਵਾਲ ਹੈ, ਜਿਹੜੀਆਂ ਜਦੋਂ ਆਪਣਾ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਇਹ ਸਾਰਾ ਕੁਝ ਤਾਮਝਾਮ ਮਾਨਸਾ ਦੇ ਵਿੱਚ ਸ਼ੁਰੂ ਹੋਇਆ ਸੀ, ਇਹ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦਾ ਪ੍ਰਭਾਵ ਚੱਲਦਾ ਰਿਹਾ ਕਿ ਹੁਣ ਚੱਲਿਆ ਇਹ? ਨਹੀਂ ਸਰ, ਜਿਸ ਟਾਈਮ ਜਸਪਿੰਦਰ ਦਾ ਲੱਗ ਰਿਹਾ ਸੀ ਜਸਪਿੰਦਰ ਨੂੰ ਟਿਕਟ ਮਿਲੂਗੀ, ਉਸ ਟਾਈਮ ਟੱਕਰ ਦਾ ਮੁਕਾਬਲਾ ਲੱਗ ਰਿਹਾ ਸੀਗਾ। ਜਦੋਂ ਸਿੱਧੂ ਮੂਸੇਵਾਲੇ ਨੂੰ ਟਿਕਟ ਮਿਲਦੀ ਹੈ ਤਾਂ ਕਾਫੀ ਉਸ ਦੇ ਵਿੱਚ ਕੰਟਰੋਵਰਸੀ ਹੋਈ। ਕੰਟਰੋਵਰਸੀ ਹੋਣ ਨਾਲ ਜਿੱਥੇ ਕਿਤੇ ਨਾ ਕਿਤੇ ਕਾਂਗਰਸ ਦੀ ਸਾਖ ਡਿੱਗੀ, ਉਹਦੇ ਨਾਲ ਸਿੱਧੂ ਮੂਸੇਵਾਲੇ ਦੀ ਵੀ ਡਿੱਗੀ। ਪਰ ਸਿੱਧੂ ਮੂਸੇਵਾਲੇ ਨੇ ਕਾਫੀ ਮਿਹਨਤ ਕੀਤੀ, ਮਿਹਨਤ ਕਰਨ ਦੇ ਬਾਵਜੂਦ ਫਿਰ ਇਹਨਾਂ ਦਾ ਮੁਕਾਬਲਾ ਬਣ ਸਕੇਗਾ। ਅਦਰਵਾਈਜ਼ ਤਾਂ ਆਮ ਆਦਮੀ ਪਾਰਟੀ ਬਿਲਕੁਲ ਹੀ ਪਹਿਲੇ ਦਿਨ ਤੋਂ ਹੀ ਜਿੱਤ ਰਹੀ ਸੀ ਸਰ ਜੀ। ਅੱਛਾ ਜਿਹੜੇ ਕਾਂਗਰਸੀ ਇਹਨਾਂ ਦਾ ਵਿਰੋਧ ਕਰਦੇ ਆ ਰਹੇ ਸੀ, ਗਾਗੋਵਾਲੀਆ ਪਰਿਵਾਰ ਹੋ ਗਿਆ ਜਾਂ ਜਸਪਿੰਦਰ ਹੋ ਗਿਆ, ਉਹ ਅੰਦਰ ਖਾਤੇ ਉਹਨਾਂ ਦਾ ਉਹਨਾਂ ਨੇ ਵਿਰੋਧ ਕੀਤਾ ਕਿ ਨਹੀਂ ਕੀਤਾ? ਨਹੀਂ ਸਰ, ਗਾਗੋਵਾਲ ਪਰਿਵਾਰ ਤੋਂ ਨਾਲ ਹੀ ਹੋ ਗਿਆ ਸੀਗਾ ਉਹਨਾਂ ਦੇ, ਤੇ ਜਸਪਿੰਦਰ ਆਪਣਾ ਵਰਿੰਦਰ ਸਿੰਘ ਢਿੱਲੋਂ ਜਿਹੜੇ ਹੈਗੇ ਆ ਉਹਨਾਂ ਦੀ ਸਪੋਰਟ ਦੇ ਵਿੱਚ ਉੱਥੇ ਚਲਾ ਗਿਆ ਸੀਗਾ। ਉਹਨੇ ਨਾ ਵਿਰੋਧ ਕੀਤਾ ਨਾ ਉਹਦਾ ਸਮਰਥਨ ਕੀਤਾ ਸਰ। ਮਤਲਬ ਕਿਤੇ ਨਾ ਕਿਤੇ ਸਮਝਦੇ ਹੋ ਨਾ ਵੀ ਜਿਨ੍ਹਾਂ ਲੋਕਾਂ ਨੇ ਵਿਰੋਧ ਕੀਤਾ ਸੀ ਪਹਿਲਾਂ, ਉਹਦਾ ਕਿਤੇ ਨਾ ਕਿਤੇ ਸਾਈਡ ਇਫੈਕਟ ਖਮਿਆਜਾ ਸਿੱਧੂ ਮੂਸੇਵਾਲੇ ਨੂੰ 10 ਮਾਰਚ ਨੂੰ ਭੁਗਤਣਾ ਪੈ ਸਕਦਾ? ਬਿਲਕੁਲ ਬਿਲਕੁਲ ਸਰ, ਭੁਗਤਣਾ ਪਊਗਾ ਬਿਲਕੁਲ ਸਰ। ਕਿਉਂ ਕਿਤੇ ਨਾ ਕਿਤੇ ਉਦੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਸੀਗੀ ਵੀ ਉਸਨੇ ਕਿਸੇ ਦਾ ਹੱਕ ਖਾ ਲਿਆ। ਜਿਹੜਾ ਇਹ ਚੀਜ਼ ਅਫੈਕਟ ਕਰ ਗਈ, ਲੋਕਾਂ ਦੇ ਦਿਲਾਂ ਵਿੱਚ ਬਹਿ ਗਈ, ਉਹ ਕਾਫੀ ਚਿਰ ਇਹ ਨਿਕਲਦੀ ਨਤੀਜੇ ਤੱਕ ਨਹੀਂ ਨਿਕਲੀ ਸਰ। ਜੀ ਉਹ ਇਹਨੂੰ ਨੁਕਸਾਨ ਦੇਗੀ ਸਰ ਜੀ। ਸ਼ੁਕਰੀਆ ਰਾਜੀਵ ਜੀ, ਅਸੀਂ 10 ਮਾਰਚ ਨੂੰ ਫੇਰ ਤੁਹਾਡੇ ਨਾਲ ਜੁੜਾਂਗੇ ਅਸੀਂ। ਠੀਕ ਹੈ ਸਰ, ਧੰਨਵਾਦ। ਧੰਨਵਾਦ ਜੀ। ਇਹ ਸੀ ਮਾਨਸਾ ਤੋਂ। ਕੱਲ ਸਾਨੂੰ ਇੰਸਟਾਗ੍ਰਾਮ ਤੇ ਕਿਸੇ ਨੇ ਪੁੱਛਿਆ ਸੀ ਸਾਡੀ ਤੇਂਦਰ ਕੌਰ ਮੈਮ ਨੂੰ ਕਿ ਮਾਨਸਾ ਦੀ ਕੀ ਪੋਜੀਸ਼ਨ ਹੈ, ਮਾਨਸਾ ਤੋਂ ਕੌਣ? ਮਾਨਸਾ ਦੀ ਸਥਿਤੀ ਬਿਲਕੁਲ ਸਾਫ਼ ਹੋ ਚੁੱਕੀ ਹੈ। ਗਰਾਊਂਡ ਲੈਵਲ ਦੇ ਪੱਤਰਕਾਰ ਜਿਹੜੇ ਦਿਨ ਰਾਤ ਕੰਮ ਕਰਦੇ ਨੇ ਉਹ ਆਪ ਦੀ ਪੋਜੀਸ਼ਨ ਕਲੀਅਰ ਕੱਟ ਦੱਸ ਰਹੇ ਨੇ। ਲੈ ਸਾ ਤੁਹਾਡਾ ਸਿੱਧੂ ਮੂਸੇਵਾਲਾ ਗਿਆ। ਗੱਲ ਇਹ ਹੈ ਵੀ ਜੇ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਨਾ, ਕਾਂਗਰਸ ਨੇ ਪਿਛਲੇ 5 ਸਾਲ ਦੇ ਅੰਦਰ ਇੱਕ ਤਾਂ ਕੋਈ ਕੰਮ ਵੀ ਨਹੀਂ ਸੀ ਕੀਤਾ ਜੀ। ਤੇ ਜਿਹਦਾ ਕ੍ਰੈਡਿਟ 111 ਦਿਨ ਦਾ ਲੈਣਾ ਚਾਹੁੰਦੇ ਹੋ, ਉਹ ਜਿਹਨੇ ਕ੍ਰੈਡਿਟ ਦੇਣਾ ਸੀ ਉਹ ਆਪ ਮਤਲਬ ਜਿਹੜਾ ਉਹ ਰੇਤ ਮਾਫੀਏ ਦੇ ਵਿੱਚ ਉਹਦਾ ਭਰਾ ਜਿਹੜਾ ਸੀਗਾ ਉਹ 10 ਕਰੋੜ ਉਹਦੇ ਘਰੋਂ ਫੜਿਆ ਗਿਆ ਸੀ ਹਨੀ ਦੇ। ਇੱਕ ਉਹ ਵੀ ਬਹੁਤ ਵੱਡਾ ਇਫੈਕਟ ਸੀ ਵੀ ਜਿਹੜੇ ਬੰਦੇ ਇਹ ਗੱਲ ਕਹਿੰਦੇ ਨੇ ਵੀ ਅਸੀਂ ਦਲਿਤ ਹਾਂ, ਤੇ ਉਹ ਦਲਿਤ ਹੋਣ ਦਾ ਜਿਹੜਾ ਉਹ ਸਿਰਫ ਮਖੌਟਾ ਪਾਈ ਫਿਰਦੇ ਨੇ। ਅਸਲ ਦੇ ਵਿੱਚ ਤਾਂ ਇਹ ਜਿਹੜੇ ਨੇ ਬੜੇ ਵੱਡੇ ਮਾਫੀਏ ਦੇ ਗਰੋਹ ਨੇ ਹੈਗੇ ਨੇ। ਔਰ ਦੂਸਰੀ ਗੱਲ, ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਉਹ ਟਿਕਟਾਂ ਜਿਹੜੀਆਂ ਸੀ ਉਹ ਵਾਦ ਵਿਵਾਦ ਦਾ ਕਾਰਨ ਬਣੀਆਂ। ਕੁਝ ਟਿਕਟਾਂ ਇਹੋ ਜਿਹੀਆਂ ਸੀ ਜਿਹੜੇ ਬੰਦਿਆਂ ਦੀਆਂ ਜਿਹੜਾ ਉਹ ਮੈਰਿਟ ਦੇ ਆਧਾਰ ਤੇ ਆਉਂਦੀਆਂ ਹੀ ਨਹੀਂ ਸੀ। ਔਰ ਜਿਹੜੇ ਬੰਦਿਆਂ ਨੇ ਟਿਕਟਾਂ ਦੇ ਖਿਲਾਫ, ਜਿਹੜੇ ਕਾਂਗਰਸ ਦੇ ਦਿਗਵਿਜੇ ਆਗੂ ਜਿਹਨਾਂ ਨੂੰ ਆਪਾਂ ਟਕਸਾਲੀ ਕਹਿ ਦਿੰਦੇ, ਉਹਨਾਂ ਨੇ ਆਪਣੇ ਭਰਾ ਭਤੀਜੇ ਜਿਹੜੇ ਨੇ ਉਹਨਾਂ ਦੇ ਅਗੇਂਸਟ ਖਿਲਾਰ ਦਿੱਤੇ। ਜਿਵੇਂ ਕਿ ਉਹ ਸੁਲਤਾਨਪੁਰ ਲੋਧੀ ਤੋਂ ਜਿਹੜਾ ਇਹਨਾਂ ਦਾ ਬੇਟਾ ਆਪਣੇ ਦੂਜੇ ਦਾ ਗੁਰਜੀਤ ਰਾਣੇ ਦਾ ਜਿਹੜਾ ਮੁੰਡਾ ਉਹ ਉੱਥੋਂ ਖੜ ਜਾਂਦਾ। ਜਾਂ ਇਸ ਤਰ੍ਹਾਂ ਕਈ ਇਹੋ ਜਿਹੀਆਂ ਸੀਟਾਂ ਸੀ, ਜਿਵੇਂ ਅੰਮ੍ਰਿਤਸਰ ਖਡੂਰ ਸਾਹਿਬ ਤੋਂ ਜਿਹੜੇ ਡਿੰਪੇ ਦਾ ਜਸਵੀਰ ਡਿੰਪੇ ਦਾ ਜਿਹੜਾ ਭਰਾ ਉਹ ਚੋਣ 'ਚ ਖੜ ਜਾਂਦਾ। ਸੋ ਇੱਦਾਂ ਦੇ ਜਿਹੜੇ ਹਾਲਾਤ ਕਾਂਗਰਸ ਲਈ ਪੈਦਾ ਹੋਏ ਵੀ ਜਿਹੜੀਆਂ ਸੀਟਾਂ ਜਿਵੇਂ ਮੈਰਿਟ ਦੇ ਆਧਾਰ ਤੇ ਜਿਹੜੀਆਂ ਚਾਹੀਦੀਆਂ ਸੀ, ਜਾਂ ਜਿਹੜੇ ਟਕਸਾਲੀ ਸੀ ਜਿਵੇਂ ਦੁੱਲੋਂ ਵਰਗੇ ਨੇ ਜਾਂ ਹੋਰ ਬੰਦੇ ਨੇ, ਇਹਨਾਂ ਸਾਰਿਆਂ ਨੇ ਇਹ ਗੱਲ ਸਾਬਤ ਕਰਦੀ ਵੀ ਜਿਹੜੇ ਸਾਡੇ ਟਕਸਾਲੀ ਕਾਂਗਰਸੀ ਸੀ ਜਾਂ ਜਿਹੜੇ ਸੀਨੀਅਰ ਕਾਂਗਰਸੀ ਸੀ ਉਹਨਾਂ ਦੀ ਕੋਈ ਸਲਾਹ ਮਸ਼ਵਰਾ ਨਹੀਂ ਲਿਆ, ਜਿਹਦੇ ਵਜ੍ਹਾ ਕਰਕੇ ਕਾਂਗਰਸ ਨੂੰ ਬਹੁਤ ਵੱਡਾ ਜਿਹੜਾ ਘਾਟਾ ਇਸ ਗੱਲ ਦੀ ਜਿਹੜਾ
ਉਹ ਜਿਹੜਾ ਪੈਣ ਦੀ ਸੰਭਾਵਨਾ ਹੈਗੀ ਆ। ਸੋ ਮੂਸੇਵਾਲਾ ਕੋਈ ਸਿਆਸਤਦਾਨ ਨਹੀਂ ਸੀ, ਮੂਸੇਵਾਲਾ ਇੱਕ ਸਿਰਫ ਤੇ ਸਿਰਫ ਇੱਕ ਗਾਇਕ ਸੀ, ਆਰਟਿਸਟ ਸੀ। ਔਰ ਉਹ ਬੰਦੇ ਨੇ ਪਤਾ ਨਹੀਂ ਕਿਵੇਂ ਤੋੜ ਮਰੋੜ ਕਰਾ ਕੇ ਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ। ਔਰ ਕਾਂਗਰਸ ਨੂੰ ਵੀ ਐਂ ਸੀ ਵੀ ਇਹ ਬੜਾ ਮਤਲਬ ਨੌਜਵਾਨਾਂ 'ਚ ਪ੍ਰਚਾਰਿਆ ਹੋਇਆ ਆਗੂ ਆ, ਇਹਦੇ ਫਾਲੋਅਰ ਬਹੁਤ ਜ਼ਿਆਦਾ ਨੇ, ਲੱਖਾਂ ਕਰੋੜਾਂ 'ਚ ਨੇ। ਸੋ ਇਹਦਾ ਉਹ ਬੈਨੀਫਿਟ ਲੈਣ ਵਾਸਤੇ ਇਹ ਮੂਸੇਵਾਲੇ ਨੇ ਇਹ ਜਿਹੜਾ ਉਹਦੇ ਤੇ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ। ਔਰ ਜਿਹੜਾ ਕਿ ਮਤਲਬ ਉਸ ਇਲਾਕੇ 'ਚ ਕਦੇ ਵੀ ਵਿਚਰਿਆ ਨਹੀਂ ਸੀ, ਆਇਆ ਗਿਆ ਨਹੀਂ ਸੀ। ਉਹ ਇੱਕ ਬਾਹਰਲੇ ਮਤਲਬ ਮੁਲਕ 'ਚ ਰਿਹਾ ਜਾਂ ਮੁਲਕ 'ਚ ਜੇ ਪੰਜਾਬ 'ਚ ਆਇਆ ਵੀ ਤਾਂ ਉਹ ਆਪਣੀ ਗਾਇਕੀ ਦੇ ਸਿਰ ਦੇ ਉੱਤੇ ਜਿਹੜਾ ਆਇਆ। ਸੋ ਇਹ ਇੱਕ ਰਾਜਨੀਤੀ ਜਿਹੜੀ ਆ ਇਹ ਕੋਈ ਆਧਾਰ ਨਹੀਂ ਹੈਗੀ। ਬਹੁਤ ਵੱਡੇ ਜਿਹੜੇ ਸਾਡੇ ਮਤਲਬ ਆਰਟਿਸਟ ਨੇ, ਜਿਹੜੇ ਮਤਲਬ ਬਾਲੀਵੁੱਡ ਦੇ ਨੇ, ਉਹਨਾਂ ਨੇ ਵੀ ਆਪਣੀ ਕਿਸਮਤ ਕਈ ਵਾਰਾਂ ਜਮਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਉਹ ਕਿਸਮਤ ਜਮਾਉਣ ਤੋਂ ਬਾਅਦ ਉਹ ਪੰਜਾਬ ਤੋਂ ਬਾਹਰ ਚਲੇ ਜਾਂਦੇ ਰਹੇ, ਜਿਵੇਂ ਸੰਨੀ ਦਿਓਲ ਸੀ ਜਾਂ ਰਾਜੇਸ਼ ਖੰਨਾ ਜੀ ਸੀਗੇ ਜਾਂ ਦੂਜੇ ਸਾਡੇ ਸੀ। ਇਹ ਸਾਰੇ ਬੰਦੇ ਜਦੋਂ ਪੰਜਾਬ 'ਚ ਆਏ, ਵਿਨੋਦ ਖੰਨੇ ਵਰਗੇ ਵੀ, ਤਾਂ ਇਹਨਾਂ ਨੇ ਸੀਟਾਂ ਤੇ ਜਿੱਤ ਲੀਆਂ ਜੀ ਆਪਣੇ ਇਸ ਆਧਾਰ ਤੇ ਵੀ ਅਸੀਂ ਬਾਲੀਵੁੱਡ ਦੇ ਵਿੱਚ ਆਰਟਿਸਟ ਆ, ਉਹ ਘਸੁੰਨ ਮੁੱਕੀਆਂ ਮਾਰਨੀਆਂ। ਕਿਉਂਕਿ ਫਿਲਮ ਦਾ ਜਿਹੜਾ ਇੱਕ ਹੀਰੋ ਹੈ ਉਹ 40 ਬੰਦਿਆਂ ਨੂੰ ਤੇ ਮਾਰ ਸਕਦਾ, ਪਰ ਇੱਕ ML ਜਿਹੜਾ ਇੱਕ ਨੂੰ ਚਪੇੜ ਨਹੀਂ ਮਾਰ ਸਕਦਾ। ਸੋ ਇਸ ਕਰਕੇ ਉਹ ਬਦਲ ਸੀਗਾ। ਸੋ ਇਹ ਦੇ ਆਧਾਰ ਦੇ ਉੱਤੇ ਮੂਸੇਵਾਲੇ ਨੂੰ ਵੀ ਵਰਤਣ ਦੀ ਕੋਸ਼ਿਸ਼ ਕੀਤੀ। ਔਰ ਲੋਕ ਜਾਣਦੇ ਸੀ ਵੀ ਮੂਸੇਵਾਲਾ ਅਗਰ ਜਿੱਤਦਾ ਤੇ ਇਹ ਪੰਜਾਬ 'ਚ ਨਹੀਂ ਰਹੇਗਾ, ਇਹ ਪੰਜਾਬ ਦੇ ਜ਼ਮੀਨੀ ਜਿਹੜੀ ਪੱਧਰ ਦੀਆਂ ਡਿਮਾਂਡਸ ਨੇ, ਮੰਗਾਂ ਨੇ, ਉਹ ਨਹੀਂ ਪੂਰੀਆਂ ਕਰ ਸਕਦਾ। ਸੋ ਇਸ ਕਰਕੇ ਉਸ ਬੰਦੇ ਨੂੰ ਲੋਕਾਂ ਨੇ ਵੋਟਾਂ ਪਾਈਆਂ ਜਿਹੜਾ ਬੰਦਾ ਉੱਥੇ ਜ਼ਮੀਨੀ ਜ਼ਮੀਨ ਨਾਲ ਜੁੜਿਆ ਹੋਇਆ ਸੀ, ਉਹਨਾਂ 'ਚ ਵਿਚਰਦਾ ਸੀ। ਸੋ ਇਸ ਕਰਕੇ ਕਦੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਆਮ ਆਦਮੀ ਪਾਰਟੀ ਹੀ ਉੱਥੋਂ ਜੇਤੂ ਹੋਏਗੀ, ਕੋਈ ਪਤਾ ਨਹੀਂ ਲੱਗਦਾ। ਇਹ ਇੱਕ ਮਤਲਬ ਰਿਪੋਰਟ ਹੈ ਵੀ ਹੋ ਸਕਦਾ ਵੀ ਉੱਥੇ ਮੂਸੇਵਾਲਾ ਜਿਹੜਾ ਇਹਨਾਂ ਕਾਰਨਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਾ ਪਾਈਆਂ ਹੋਣ। ਔਰ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਵੋਟਾਂ ਪਾਈਆਂ ਕਿਉਂਕਿ ਹਾਲਾਤ ਇਦਾਂ ਦੇ ਬਣ ਗਏ ਕਿ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਨੂੰ ਰਵਾਇਤੀ ਮੰਨ ਕੇ ਤੇ ਇੱਕ ਨਵੀਂ ਪਾਰਟੀ ਹੋਣ ਕਰਕੇ, ਭਾਵੇਂ ਕਿ ਉਹ ਨਵੀਂ ਨਹੀਂ ਹੈ, ਉਹ ਵੀ ਰਵਾਇਤੀ ਪਾਰਟੀਆਂ ਵਾਂਗੂ ਹੀ ਰਵਾਇਤ ਉਸੇ ਢੰਗ ਦੀ ਉਹਨਾਂ ਨੇ ਪਾਲੀ ਹੈ। ਸੋ ਉਸੇ ਢੰਗ ਦੇ ਨਾਲ ਹੀ ਉਹ ਵਿਚਰਨ ਲੱਗ ਗਏ ਨੇ ਕਿਉਂਕਿ ਕਾਫੀ ਉਹਨਾਂ ਨੇ 2012 ਤੋਂ ਲੈ ਕੇ ਹੁਣ ਤੱਕ ਚੋਣਾਂ ਲੜਦੇ ਆ ਰਹੇ ਨੇ, ਉਹ ਰਵਾਇਤੀ ਪਾਰਟੀ ਦੇ ਵਿੱਚ ਹੀ ਸ਼ਾਮਲ ਹੈ। ਸੋ ਉਹਨੇ ਇੱਕ ਬਦਲ ਵੇਖਿਆ ਵੀ ਜੇ ਉਹਨਾਂ ਨੂੰ ਦੋ ਨੂੰ ਮੌਕਾ ਦਿੱਤਾ, ਇੱਕ ਤੀਜੀ ਜਿਹੜੀ ਪਾਰਟੀ ਹੈ ਇਹਨੂੰ ਮੌਕਾ ਦੇ ਕੇ ਵੇਖ ਲੈਂਦੇ ਆ, ਹੋ ਸਕਦਾ ਲੋਕਾਂ ਦਾ ਸੁਧਾਰ ਹੋ ਜੇ। ਇਹ ਸਿਰਫ ਇੱਕ ਅਸੈਸਮੈਂਟ ਦੇ ਤੌਰ ਦੇ ਉੱਤੇ ਹੀ ਲੋਕਾਂ ਦੀ ਜਿਹੜੀ ਹਵਾ ਇਸ ਪਾਸੇ ਨੂੰ ਜਿਹੜੀ ਜੁੜੀ ਹੈ, ਉਹ ਹਵਾ ਦਾ ਰੁਖ ਇਸ ਪਾਸੇ ਨੂੰ ਹੋਇਆ। ਹੁਣ ਉਹ ਰੁਖ ਸਹੀ ਸਟੇਬਲ ਹੋ ਸਕਦਾ, ਨਹੀਂ ਹੋ ਸਕਦਾ, ਇਹ 10 ਤਰੀਕ ਨੂੰ ਰਿਜ਼ਲਟ ਤੋਂ ਹੀ ਪਤਾ ਲੱਗ ਪਾਏਗਾ। ਜੀ ਬਿਲਕੁਲ ਜੀ। ਸੋ ਦੋਸਤੋ, ਸਾਡਾ ਸਰਵੇ ਐਗਜ਼ੈਕਟ ਪੋਲ ਬਿਲਕੁਲ ਕਲੀਅਰ ਹੈ, ਸੱਚਾ ਹੋਵੇ ਚਾਹੇ ਝੂਠਾ ਹੋਵੇ। ਆਪਾਂ ਵੀ ਕਹਿੰਦੇ ਭਗਵੰਤ ਮਾਨ ਮੁੱਖ ਮੰਤਰੀ ਬਣੂਗਾ, ਨਹੀਂ ਬਣੂਗਾ, ਚੰਨੀ ਬਣੂਗਾ, ਨਹੀਂ ਬਣੂਗਾ, ਇਹ ਗੱਲਾਂ ਅਸੀਂ ਅਜੇ ਕਿਸੇ ਵੀ ਇਸ ਧਿਰ ਨੂੰ ਇਸ ਗੱਲ ਦੀ ਮੁੱਖ ਮੰਤਰੀ ਨਹੀਂ ਕਵਾਂਗੇ ਕਿਉਂਕਿ ਜਦੋਂ 10 ਤਰੀਕ ਨੂੰ ਪੋਜੀਸ਼ਨ ਕਲੀਅਰ ਹੋਏਗੀ ਉਸ ਵੇਲੇ ਸਾਰਾ ਸਪਸ਼ਟ ਹੋਏਗਾ। ਕੋਈ ਅੱਜ ਅੰਦਾਜ਼ਾ ਲਾ ਲੈਣਾ ਇਹ ਮੂਰਖਤਾਈ ਵਾਲੀ ਗੱਲ ਹੈ। ਕਿਸੇ ਘਰ 'ਚ ਖੁਸ਼ੀ ਤੇ ਕਿਸੇ ਘਰ 'ਚ ਗਮ ਪਾ ਦੇਣਾ ਇਹ ਕੋਈ ਵਧੀਆ ਗੱਲ ਨਹੀਂ ਹੈ। ਨਤੀਜਾ ਤਾਂ ਭਾਵੇਂ ਇੱਕ ਸਟੂਡੈਂਟ ਹੈ, ਉਹ ਜਦੋਂ ਪੇਪਰ ਦੇ ਕੇ ਆਉਂਦਾ ਤੇ ਪੇਪਰ ਦੇ ਕੇ ਆਉਣ ਤੋਂ ਬਾਅਦ ਜਦੋਂ ਉਹਦਾ ਮਾਂ ਪਿਓ ਉਹਨੂੰ ਪੁੱਛਦਾ ਵੀ ਕਿਵੇਂ ਬਣਿਆ, ਉਹ ਕਹਿੰਦਾ ਪੇਪਰ ਕੱਢ ਕੇ ਆਇਆ। ਤੇ ਮਾਂ ਪਿਓ ਰਿਸ਼ਤੇਦਾਰਾਂ ਨੂੰ ਜਾ ਕੇ ਗਰੰਟੀਆਂ ਦਿੰਦਾ ਫਿਰਦਾ ਆਪਣੇ ਮੁੰਡੇ ਦੀਆਂ ਵੀ ਸਾਡਾ ਮੁੰਡਾ ਤੇ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਊ, ਪਰ ਜਿਸ ਦਿਨ ਰਿਜ਼ਲਟ ਆਉਂਦਾ ਤੇ ਮੁੰਡਾ ਪਿਛਲੇ ਪਾਸਿਓਂ ਤੀਜੇ ਨੰਬਰ ਤੇ ਹੁੰਦਾ। ਸੋ ਕਹਿਣ ਦਾ ਭਾਵ ਅੱਜ ਜਿਹੜੀ ਹਾਲਾਤ ਨੇ ਉਹ ਨਤੀਜਿਆਂ ਤੇ ਖੜੇ ਨੇ। ਜਦੋਂ ਤੱਕ ਨਤੀਜੇ ਨਹੀਂ ਆ ਜਾਂਦੇ ਤਦ ਤੱਕ ਆਪਾਂ ਕਿਸੇ ਇੱਕ ਧਿਰ ਨੂੰ ਇਹ ਕਹਿ ਕੇ ਵੀ ਉਹਦਾ CM ਬਣ ਗਿਆ, ਉਹ ਮੰਤਰੀ ਬਣ ਗਿਆ, ਉਹਦੇ ਘਰੋਂ ਕਰੀ ਇੱਕ ਦੂਜੇ ਨੂੰ ਮੰਤਰੀਆਂ ਦੇ ਪੱਤਰ ਵੀ ਦੇਣੇ ਸ਼ੁਰੂ ਕਰ ਦਿੱਤੇ। ਇਹ ਵੀ ਸਾਬਤ ਹੋ ਗਿਆ ਵੀ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜਾ ਰਾਘਵ ਚੱਡਾ ਨੂੰ ਇਹ ਵੀ ਸਕੀਮ ਬਣਾ ਲਈ ਵੀ ਰਾਘਵ ਚੱਡਾ ਨੂੰ ਜਾਂ ਡਿਪਟੀ CM ਲਾਇਆ ਜਾਏਗਾ ਜਾਂ ਸੁਪਰ ਜਿਹੜਾ CM ਲਾਤਾ ਜਾਏਗਾ ਔਰ ਉਸ ਤੋਂ ਬਾਅਦ ਕਿਸੇ ਇੱਕ ਤੋਂ ਰਿਜ਼ਾਈਨ ਕਰਵਾ ਕੇ ਉੱਥੇ ਜਿਹੜਾ ਦੁਬਾਰਾ ਇਲੈਕਸ਼ਨ ਜਿਹੜੀ ਉਹ ਚੋਣ ਕਰਾਈ ਜਾਏਗੀ। ਇੱਦਾਂ ਦੀਆਂ ਸਕੀਮਾਂ ਵੀ ਬਣ ਚੁੱਕੀਆਂ ਨੇ, ਬਹੁਤ ਕੁਝ ਅੰਦਰ ਖਾਤੇ ਹੋ ਚੁੱਕਾ ਹੈ। ਸੋ ਇਹ ਕੋਈ ਸੱਚ ਨਹੀਂ ਹੈ, ਸੱਚਾਈ ਉਹੀ ਹੈ ਜੋ ਜ਼ਮੀਨੀ ਪੱਧਰ ਦੇ ਉੱਤੇ 10 ਤਰੀਕ ਨੂੰ ਗਿੱਲ ਸਾਹਿਬ ਆਏਗੀ। ਜੀ ਲੈ ਸਾਹਿਬ ਬਿਲਕੁਲ ਜੀ। ਸੋ ਦੋਸਤੋ, ਅੱਜ ਅਸੀਂ ਇਹ ਸਾਡੀ ਪੋਲੀਟੀਕਲ ਟਾਕ ਸੀ। ਰਿਜ਼ਲਟ ਕੀ 10 ਤਰੀਕ ਨੂੰ ਸ਼ੋਅ ਹੋ ਜਾਊਗਾ ਵੀ ਕਿਹਦੀ ਸਰਕਾਰ ਬਣਨੀ ਹੈ। ਐਵੇਂ ਬਿਨਾਂ ਗੱਲਬਾਤ ਤੋਂ ਆਪਾਂ ਸਰਵੇ ਤੇ ਜ਼ੋਰ ਦੇ ਜਾਈਏ। ਸੋ ਅੱਜ ਵੂਮਨ ਡੇ ਹੈ ਔਰ ਅੱਜ ਅਸੀਂ ਕੁਝ ਮੁਬਾਰਕਾਂ ਦੇਣੀਆਂ ਨੇ ਬਰਥਡੇ ਦੀਆਂ। ਸਭ ਤੋਂ ਪਹਿਲਾਂ ਜਿਹੜੇ ਹੈਪੀ ਬਰਥਡੇ ਆ ਉਹ ਇਵਾਨਾ ਨੂੰ ਹੈ।
ਔਰ ਇਵਾਨਾ ਜਿਹੜੀ ਹੈਗੀ ਹੈ ਉਹ ਭਾਰਤ ਵਿੱਚ ਆ, ਮੋਹਾਲੀ ਦੇ ਵਿੱਚ ਹੈ, ਤੇ ਮੰਮੀ ਪਾਪਾ ਜਿਹੜੇ ਹੈਗੇ ਨੇ ਇਹਦੇ ਆਸਟ੍ਰੇਲੀਆ ਦੇ ਵਿੱਚ ਨੇ। ਪੰਕਜ ਤੇ ਸ਼ਿਵਾਨੀ, ਉਸ ਤੋਂ ਬਾਅਦ ਇਹਨਾਂ ਦੇ ਦਾਦਾ ਦਾਦੀ ਅਸ਼ੋਕ ਤੇ ਕ੍ਰਿਸ਼ਨਾ, ਇਹਨਾਂ ਨੂੰ ਵੀ ਲੱਖ ਲੱਖ ਮੁਬਾਰਕਾਂ। ਇਵਾਨਾ ਨੂੰ ਬਹੁਤ ਬਹੁਤ ਮੁਬਾਰਕਾਂ। ਇਵਾਨਾ ਜਿਹੜੀ ਹੈਗੀ ਹੈ ਉਹ ਇੱਥੇ ਦਾਦਾ ਦਾਦੀ ਕੋਲੇ ਰਹਿ ਰਹੀ ਹੈ। ਅਸੀਂ ਆਸ ਕਰਦੇ ਕੋਈ ਜਲਦੀ ਆਪਣੇ ਮਾਂ-ਬਾਪ ਕੋਲੇ ਆਸਟ੍ਰੇਲੀਆ ਦੇ ਵਿੱਚ ਉਹ ਪਹੁੰਚ ਜਾਏਗੀ। ਸੋ ਇੱਕ ਵਾਰੀ ਫੇਰ ਸਾਡੇ ਵੱਲੋਂ ਹੈਪੀ ਬਰਥਡੇ ਟੂ ਯੂ। ਮਹਿਲਾ ਦਿਵਸ ਦੇ ਮੌਕੇ ਤੇ ਇਸ ਪਿਆਰੀ ਜੀ ਬੱਚੀ ਇਵਾਨਾ ਨੂੰ ਲੱਖ ਲੱਖ ਮੁਬਾਰਕਾਂ। ਔਰ ਇਸੇ ਨਾਲ ਨਾਲ ਇੱਕ ਹੋਰ ਬੱਚੀ ਹਰਗੁਣ, ਜਿਹੜੀ ਕਿ ਟੋਰਾਂਟੋ ਸ਼ਹਿਰ ਦੇ ਵਿੱਚ ਹੈ, ਉਹਦਾ ਵੀ ਉਹ ਪੈਦਾ ਹੋਈ ਹੈ ਬੱਚੀ ਪਿਛਲੇ ਮਹੀਨੇ, ਪਹਿਲੇ ਮਹੀਨੇ ਦੇ ਵਿੱਚ। ਔਰ ਉਹਨਾਂ ਦੀ ਮੰਮੀ ਸਿਮਰਨ ਤੇ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ, ਦਾਦਾ ਦਾਦੀ, ਨਾਨਾ ਨਾਨੀ, ਉਹਨਾਂ ਨੂੰ ਵੀ ਸਾਡੇ ਵੱਲੋਂ ਢੇਰ ਸਾਰੀਆਂ ਲੱਖ ਲੱਖ ਮੁਬਾਰਕਾਂ। ਪਰਮਾਤਮਾ ਕਰੇ ਇਹ ਦੋਨੇ ਬੱਚੀਆਂ ਜਿਹੜੀਆਂ ਨੇ ਉਹ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ। ਸੋ ਦੋਸਤੋ, ਤੁਹਾਨੂੰ ਸਾਡਾ ਅੱਜ ਦਾ ਸ਼ੋਅ ਕਿਸ ਤਰ੍ਹਾਂ ਦਾ ਲੱਗਿਆ? ਆਪਣੇ ਵਿਚਾਰ, ਆਪਣੇ ਸੁਝਾਅ ਸਾਨੂੰ ਜ਼ਰੂਰ ਦਿਓ। ਕੱਲ ਫੇਰ ਮਿਲਾਂਗੇ ਜੀ ਇਸੇ ਸਮੇਂ ਇਸੇ ਚੈਨਲ ਤੇ। ਤਦ ਤੱਕ ਲਈ ਇਜਾਜ਼ਤ ਦਿਓ। ਰੱਬ ਰਾਖਾ।